ਸ਼੍ਰੀ ਅਕਾਲ HSN ਟੀਵੀ ਵੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਮੈਂ ਸ਼ੀਤਲ ਠਾਕੁਰ ਚੰਗੇਰ ਪ੍ਰੋਗਰਾਮ ਦੇ ਵਿੱਚ ਸਵਾਗਤ ਕਰਦੀ ਹਾਂ। ਹਰ ਰੋਜ਼ ਦੀ ਤਰ੍ਹਾਂ ਵਿਸ਼ਿਆਂ ਦੇ ਉੱਤੇ ਗੱਲਬਾਤ ਕਰਨ ਦੇ ਲਈ ਸਾਡੇ ਸਟੂਡੀਓ ਦੇ ਵਿੱਚ ਮੌਜੂਦ ਨੇ ਸਹਾਇਕ ਨਿਰਦੇਸ਼ਕ ਦੂਰਦਰਸ਼ਨ ਜਲੰਧਰ ਤੋਂ ਮਿਸਟਰ ਬਲਜੀਤ ਸਿੰਘ ਸਰ। ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਪ੍ਰੋਗਰਾਮ ਚੰਗੇਰ ਦੇ ਵਿੱਚ। शुक्रिया। सत श्री अकाल, नमस्कार, आदाब। शीतल जी, मैं थोड़ा करैक्ट कर दें तुहानू जी कि मैं सहायक निर्देशक दूरदर्शन ਤਾਂ ਹੀ ਪਰ ਸੇਵਾ ਮੁਕਤ। ਜੀ ਬਿਲਕੁਲ ਜੀ। ਸੋ ਸਰ, ਹਰ ਰੋਜ਼ ਅਸੀਂ ਤੁਹਾਡੇ ਨਾਲ ਆਪਣੇ ਸਟੂਡੀਓ ਦੇ ਵਿੱਚ ਬਹੁਤ ਵਿਸ਼ਿਆਂ ਦੇ ਉੱਤੇ ਗੱਲ ਕਰਦੇ ਹਾਂ। ਵਿਸ਼ੇ ਉਹ ਹੁੰਦੇ ਨੇ ਜਿਹੜੇ ਅਖਬਾਰ ਦੀਆਂ ਸੁਰਖੀਆਂ ਹੁੰਦੇ ਨੇ, ਪਰ ਸਾਡਾ ਮਕਸਦ ਹੁੰਦਾ ਹੈ ਕਿ ਅਸੀਂ ਆਪਣੇ ਦਰਸ਼ਕਾਂ ਨੂੰ ਖਬਰ ਦੇ ਪਿੱਛੇ ਛੁਪੀ ਹੋਈ ਉਸ ਜਾਣਕਾਰੀ ਦੇ ਨਾਲ ਰੂਬਰੂ ਕਰਾਈਏ ਜਿਹਦੇ ਬਾਰੇ ਆਮ ਜਨਤਾ ਨੂੰ ਜਾਣਨ ਦਾ ਹੱਕ ਹੈ। ਸੋ ਸਭ ਤੋਂ ਪਹਿਲਾਂ ਗੱਲ ਕਰੂੰਗੀ ਜਿਹੜੀ ਕਿ ਕੱਲ ਦੀ ਬੜੀ ਹੀ ਇੱਕ ਸਨਸਨੀ ਵੀ ਖਬਰ ਕਹਿ ਸਕਦੇ ਹਾਂ, ਇਹਨੂੰ ਇਹ ਵੀ ਕਹਿ ਸਕਦੇ ਹਾਂ ਕਿ ਜਦੋਂ ਪਰਮਾਤਮਾ ਦੀ ਕਹਿੰਦੇ ਨੇ ਨਾ ਡਾਂਗ ਵਰਦੀ ਹੈ ਉਦੋਂ ਆਵਾਜ਼ ਨਹੀਂ ਆਉਂਦੀ, ਕਿਉਂਕਿ ਉੱਪਰ ਵਾਲੇ ਦੀ ਸੋਟੀ ਦੀ ਕਦੇ ਆਵਾਜ਼ ਨਹੀਂ ਹੁੰਦੀ। ਪਰ ਸਾਡੇ ਸਾਰਿਆਂ ਦੇ ਸਾਹਮਣੇ ਪਰਮਾਤਮਾ ਨੇ ਥੋੜੇ ਹੀ ਸਮੇਂ ਦੇ ਅੰਦਰ ਅੰਦਰ ਇੱਕ ਰਾਜੇ ਨੂੰ ਰੰਕ ਬਣਾ ਦਿੱਤਾ ਹੈ। ਮੈਂ ਗੱਲ ਕਰ ਰਹੀ ਹਾਂ ਡੇਰਾ ਪ੍ਰਮੁੱਖ ਬਾਬਾ ਰਾਮ ਰਹੀਮ ਜੀ ਦੀ, ਜਿਹੜੇ ਕਿ ਪਹਿਲਾਂ ਹੀ ਇੱਕ ਉਮਰ ਕੈਦ ਦੀ ਜਿਹੜੀ ਸਜ਼ਾ ਭੁਗਤ ਰਹੇ ਸਨ। ਸੋ ਕੱਲ ਵੀ ਰਣਜੀਤ ਕਤਲ ਕਾਂਡ ਜਿਹੜਾ ਮਾਮਲਾ ਸੀ, ਸ਼ਾਮ 4:15 ਵਜੇ ਅਦਾਲਤ ਨੇ ਉਹਨਾਂ ਨੂੰ ਫਿਰ ਤੋਂ ਉਮਰ ਕੈਦ ਦੀ ਹੀ ਸਜ਼ਾ ਸੁਣਾ ਦਿੱਤੀ ਹੈ। ਹਾਲਾਂਕਿ CBI ਨੇ ਇਹਦੇ ਉੱਤੇ ਇਹ ਕਿਹਾ ਕਿ ਇਸ ਬੰਦੇ ਨੂੰ ਨਾ ਫਾਂਸੀ ਹੋਣੀ ਚਾਹੀਦੀ ਸੀ, ਇਹ ਉਮਰ ਕੈਦ ਨਹੀਂ ਸੀ ਹੋਣੀ ਚਾਹੀਦੀ। ਤੁਹਾਡਾ ਇਸ ਵਿਸ਼ੇ ਦੇ ਉੱਤੇ ਕੀ ਵਿਚਾਰ ਹੈ? ਸ਼ੀਤਲ ਜੀ, ਗੱਲ ਇਹ ਹੈ ਕਿ 100 ਦਿਨ ਚੋਰ ਦਾ ਇੱਕ ਦਿਨ ਸਾਧ ਦਾ ਜੀ। ਪਰ ਇੱਥੇ ਜਿਹੜਾ ਇਹ ਜਿਹਨੂੰ ਆਪਾਂ ਸਮਝਦੇ ਹਾਂ ਸਾਧ, ਇਹ ਇੱਕ ਬਹੁਤ ਵੱਡਾ ਬਦਮਾਸ਼, ਮੁਸ਼ਟੰਡਾ ਜੀ, ਬਲਾਤਕਾਰੀ ਸੀ। ਔਰ ਕਿਉਂਕਿ ਇਹਦੇ ਪਿੱਛੇ ਜਿਹੜਾ ਅੰਧ ਵਿਸ਼ਵਾਸੀ ਅੰਨੇ ਬੋਲੇ ਲੋਕਾਂ ਦਾ ਵੱਗ ਸੀ, ਉਹਦੇ ਕਰਕੇ ਇਹਨੇ ਬੜੀ ਮਾਇਆ ਇਕੱਠੀ ਕਰ ਲਈ। ਤੁਹਾਨੂੰ ਪਤਾ ਹੈ ਕਿ ਇਸ ਮੁਲਕ ਦੇ ਵਿੱਚ ਸਭ ਤੋਂ ਵੱਡੀ ਜਿਹੜੀ ਕਮਜ਼ੋਰੀ ਹੈ, ਜਾਂ ਕਹਿ ਲਓ ਜਿਹੜਾ ਸਾਡਾ ਸਭ ਤੋਂ ਵੱਡਾ ਡੀਮੈਰਿਟ ਹੈ, ਉਹ ਇਹ ਹੈ ਕਿ ਅਨਪੜ੍ਹਤਾ ਹੈ ਜੀ, ਅੰਧ ਵਿਸ਼ਵਾਸ ਹੈ। ਲੋਕ ਇਹ ਚਾਹੁੰਦੇ ਨੇ ਕਿ ਉਹ ਕਿਸੇ ਨਾ ਕਿਸੇ ਬੂਬਨੇ ਦੇ ਚਮਤਕਾਰ ਨਾਲ ਯਕਦਮ ਉਹਨਾਂ ਦੀ ਤਕਦੀਰ ਬਦਲ ਜਾਏਗੀ, ਜ਼ਿੰਦਗੀ ਦੇ ਵਿੱਚ ਸੁਧਾਰ ਆ ਜਾਏਗਾ। ਹਕੀਕਤ ਇਹ ਹੈ, ਹੱਕ ਸੱਚ ਦੀ ਪ੍ਰਭਾਤ ਬਣੇ ਫਿਰਦੇ ਨੇ, ਪੀਰਾਂ ਦੀ ਕਰਾਮਾਤ ਬਣੇ ਫਿਰਦੇ ਨੇ ਜੀ। ਸਰਮਾਏ ਦੇ ਜਾਦੂ ਦਾ ਤਮਾਸ਼ਾ ਦੇਖੋ, ਜੱਲਾਦ ਵੀ ਸੁਕਰਾਤ ਬਣੇ ਫਿਰਦੇ ਨੇ ਜੀ ਜੀ ਜੀ। ਇਹ ਜਿਹੜੇ ਬੂਬਨੇ ਨੇ ਨਾ, ਇਹ ਜਿਹੜੇ ਤਾਂ ਫੜੇ ਗਏ ਨੇ, ਜਿਨ੍ਹਾਂ ਨੂੰ ਕਾਨੂੰਨ ਨੇ ਸ਼ਿਕੰਜੇ 'ਚ ਲੈ ਲਿਆ, ਉਹ ਤਾਂ ਜ਼ਾਹਿਰ ਹੋ ਗਿਆ ਕਿ ਉਦੋਂ ਵੱਧ ਕੇ ਬਦ ਕਿਰਦਾਰ ਕੋਈ ਇਹੋ ਜਿਹਾ ਢੌਂਗੀ ਹੋ ਨਹੀਂ ਸਕਦਾ ਜੀ। ਪਰ ਜਿਹੜੇ ਛੁਪੇ ਹੋਏ ਨੇ ਉਹ ਹੌਲੀ ਹੌਲੀ ਬੇਨਕਾਬ ਹੋਣਗੇ। ਇਹ ਜਿਹੜਾ ਬੰਦਾ ਸੀ, ਇਹਨਾਂ ਨੇ ਆਪਣਾ ਜਿਹੜਾ ਇਹ ਨੈਟਵਰਕ ਹੈ ਬਹੁਤ ਪਹਿਲਾਂ ਤੋਂ ਫੈਲਾਉਣਾ ਸ਼ੁਰੂ ਕਰ ਦਿੱਤਾ ਸੀ। ਸ਼ੁਰੂ ਦੇ ਵਿੱਚ ਜਿਹੜੇ ਸ਼ਾਹ ਸਤਨਾਮ ਜੀ ਸੀ, ਉਹਨਾਂ ਉੱਪਰ ਕੋਈ ਐਸਾ ਮਤਲਬ ਦਾਗ ਨਹੀਂ ਸੀ। ਇਹ ਜਦੋਂ ਦਾ ਇਹ ਬੰਦਾ ਆਇਆ, ਇਹਨੇ ਵੇਖਿਆ ਕਿ ਅਯਾਸ਼ੀ ਦੇ ਸਾਰੇ ਸਾਧਨ ਮੌਜੂਦ ਨੇ। ਬੇਟੀਆਂ ਬਣਾ ਕੇ ਇਸ ਨੇ ਮਜਬੂਰ ਮਾਜ਼ੂਰ ਲੜਕੀਆਂ ਦੇ ਨਾਲ ਬਲਾਤਕਾਰ ਕੀਤਾ ਜੀ। ਆਪਣੀ ਗੁਫਾ ਦੇ ਵਿੱਚ ਉਹਨਾਂ ਨੂੰ ਗੰਦੀਆਂ ਤਸਵੀਰਾਂ ਵਿਖਾ ਕੇ, ਫਿਰ ਉਹਨਾਂ ਦੇ ਕੰਨ ਦੇ ਉੱਤੇ ਪਿਸਤੌਲ ਰੱਖ ਕੇ ਉਹਨਾਂ ਨੂੰ ਇਹ ਉਹਨਾਂ ਦੀ ਆਬਰੂ ਤਾਰ ਕਰਦਾ ਰਿਹਾ ਜੀ। ਔਰ ਇਹਨੂੰ ਕਹਿੰਦੇ ਵੀ ਸੀ ਕਿ ਬਾਬਾ ਜੀ ਦੀ ਕਿਰਪਾ ਹੋ ਰਹੀ ਹੈ ਗੁਫਾ ਦੇ ਅੰਦਰ। ਔਰ ਲੋਕ ਪੁੱਛਦੇ ਸੀ, ਜਿਹੜੇ ਬੌਲੇ ਤੇ ਅੰਨੇ ਲੋਕ ਨੇ ਨਾ, ਜਿਹੜੇ ਬਹੁਤ ਵੱਡੀ ਤਾਦਾਦ 'ਚ ਨੇ, ਉਹ ਆਪਣੀਆਂ ਬੇਟੀਆਂ ਨੂੰ ਪੁੱਛਦੇ, ਤੁਹਾਨੂੰ ਗੁਫਾ 'ਚ ਬੁਲਾਇਆ ਪਿਤਾ ਜੀ ਨੇ? ਜੀ ਜੀ। ਮਤਲਬ ਜਦੋਂ ਤੁਹਾਡੀ ਅਣਖ ਤੁਸੀਂ ਖੁਦ ਹੀ ਕਿਸੇ ਬੂਬਨੇ ਨੂੰ ਗਿਰਵੀ ਕਰ ਦਿੰਦੇ ਹੋ, ਤਾਂ ਫਿਰ ਹਸ਼ਰ ਜੋ ਹੁੰਦਾ ਉਹ ਤੁਸੀਂ ਭੁਗਤਿਆ। ਔਰ ਇਸ ਬੰਦੇ ਦਾ ਮਤਲਬ ਜਿਹੜਾ ਜਰਾਇਮ ਪੇਸ਼ਾ ਕਿਰਦਾਰ ਸੀ, ਉਹ ਲਗਾਤਾਰ ਉਹਦੇ 'ਚ ਇਜ਼ਾਫਾ ਹੁੰਦਾ ਗਿਆ। ਇੱਥੋਂ ਤੱਕ ਕਿ ਹਰਿਆਣੇ ਦੇ ਮੁੱਖ ਮੰਤਰੀ, ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਸਿੰਘ ਬਾਦਲ, ਜਿਹੜੇ ਹੁਣੇ ਦਾਅਵਾ ਕਰਦੇ ਨੇ ਅਸੀਂ ਕਦੇ ਡੇਰੇ 'ਚ ਨਹੀਂ ਗਏ ਸੀ, ਇਹ ਉਸ ਡੇਰੇ 'ਚ ਜਾ ਕੇ ਡੰਡਾਉਤ ਬੰਦਨਾ ਕਰਦੇ ਰਹੇ ਔਰ ਉੱਥੇ ਜਾ ਕੇ ਠੂਠਾ ਫੜ ਕੇ ਉਹਦੀਆਂ ਵੋਟਾਂ ਮੰਗਦੇ ਰਹੇ, ਜਦੋਂ ਕਿ ਇਹਨਾਂ ਨੂੰ ਸਭ ਨੂੰ ਪਤਾ ਸੀ ਕਿ ਇਹਦੇ ਵਰਗਾ ਮੁਸ਼ਟੰਡਾ ਬਦਮਾਸ਼ ਕੋਈ ਬੂਬਨਾ ਨਹੀਂ ਹੈ। ਔਰ ਦੂਜੇ ਪਾਸੇ ਇੱਥੋਂ ਤੱਕ ਕਿ ਮਤਲਬ ਕੇਂਦਰੀ ਵਜ਼ੀਰ, ਔਰ ਇਸ ਨੂੰ ਇਹ ਸਮਝ ਲਿਆ ਗਿਆ, ਦੂਜੇ ਪਾਸੇ ਡਰਾਮਾ ਕੀ ਰਚਦਾ ਸੀ। ਇੱਕ ਪਾਸੇ ਤਾਂ ਇਹ ਬਦਮਾਸ਼ੀਆਂ ਕਰਦਾ ਸੀ, ਔਰ ਦੂਜੇ ਪਾਸੇ ਜਿਹੜੀ ਵੀ ਪ੍ਰਧਾਨ ਮੰਤਰੀ ਦੀ ਕੋਈ ਨਾ ਕੋਈ ਯੋਜਨਾ ਹੁੰਦੀ ਸੀ, ਜਿਵੇਂ ਸਵੱਛ ਭਾਰਤ ਅਭਿਆਨ ਵਗੈਰਾ ਵਗੈਰਾ, ਇਹ ਇਸ ਤਰ੍ਹਾਂ ਦੇ ਕੰਮ ਕਰਦਾ ਸੀ ਤਾਂ ਕਿ ਇਹ ਹੋਵੇ ਜੇ ਕੱਲ ਨੂੰ ਮੈਂ ਫੜਿਆ ਵੀ ਜਾਵਾਂ ਤਾਂ ਸ਼ਾਇਦ ਮੈਨੂੰ ਕੋਈ ਇਹਦਾ ਲਾਭ ਮਿਲ ਜਾਏ। ਪਰ CBI ਨੇ, ਜੱਜ ਨੇ, ਮਾਨਯੋਗ ਜੱਜ ਨੇ ਗੱਲ ਕਲੀਅਰ ਕਰਤੀ ਹੈ, ਕੋ ਦੇਖ ਹੋਏ ਜਿਹੜੀਆਂ ਤੂੰ ਬਦਮਾਸ਼ੀਆਂ ਕਰਦਾ ਰਿਹਾ, ਜਿਹੜੇ ਤੂੰ 2 ਕਤਲ ਕਰਵਾਏ ਨੇ, ਇਹਦੇ ਨਾਲ ਤੈਨੂੰ ਜੋ ਸਜ਼ਾ ਮਿਲਣੀ ਹੈ
ਉਹਦੇ 'ਚ ਕੋਈ ਪੇਤਲਾਪਨ ਨਹੀਂ ਹੋ ਸਕਦਾ, ਕਿਉਂਕਿ ਤੇਰਾ ਕਿਰਦਾਰ ਜਰਾਇਮ ਪੇਸ਼ ਹੈ, ਤੂੰ ਜਮਾਂਦਰੂ ਜਰਾਇਮ ਪੇਸ਼ ਹੈ, ਔਰ ਤੈਨੂੰ ਇਸ ਗੱਲ ਦਾ ਲਾਭ ਨਹੀਂ ਦਿੱਤਾ ਜਾ ਸਕਦਾ। ਕਿਸੇ ਵਿਅਕਤੀ ਨੂੰ ਇਹ ਹੱਕ ਹਾਸਲ ਨਹੀਂ ਹੈ ਕਿ ਉਹ ਆਪਣੇ ਗੰਦੇ ਕੰਮਾਂ ਨੂੰ ਸਮਾਜ ਸੇਵੀ ਕੰਮਾਂ ਨਾਲ ਜੋੜ ਕੇ ਬਚਣ ਦਾ ਉਪਰਾਲਾ ਕਰੇ। ਤਾਂ ਇਹ ਗੱਲ ਹੈ। ਹੁਣ ਇਹ ਜਿਹੜਾ ਬੰਦਾ ਹੈ, ਪਹਿਲਾਂ ਇਹਨੂੰ ਬਲਾਤਕਾਰ ਦੇ ਕੇਸ ਦੇ ਵਿੱਚ ਸਜ਼ਾ ਹੋਈ 20 ਸਾਲ ਦੀ, ਫਿਰ ਇਹਨੂੰ ਰਾਮਚੰਦਰ ਛਤਰਪਤੀ ਪੱਤਰਕਾਰ ਦੇ ਕਤਲ ਦੇ ਵਿੱਚ ਸਜ਼ਾ ਹੋਈ 20 ਸਾਲ ਦੀ। ਹੁਣ ਇਹ ਰਣਜੀਤ ਸਿੰਘ ਕਤਲकांड ਆ ਜਿਹੜਾ, ਇਹਦੇ 'ਚ ਇਹਨੂੰ ਉਮਰ ਕੈਦ ਦੀ ਸਜ਼ਾ ਹੋਈ ਹੈ। ਔਰ ਇਹ ਸਜ਼ਾ ਜਿਹੜੀ ਬਲਾਤਕਾਰ ਦੇ ਕੇਸ ਤੋਂ ਜਦੋਂ ਇਹ ਸਜ਼ਾ ਭੁਗਤ ਲੂਗਾ, ਉਸ ਤੋਂ ਬਾਅਦ ਇਹ ਆਰੰਭ ਹੋਊਗੀ। ਰਣਜੀਤ ਸਿੰਘ ਹੋਰਾਂ ਦਾ ਕਸੂਰ ਕੀ ਸੀ? ਉਹਨਾਂ ਦਾ ਕਸੂਰ ਇੰਨਾ ਸੀ ਕਿ ਖਤ ਭਾਵੇਂ ਉਹਨਾਂ ਨੇ ਨਹੀਂ ਲਿਖਿਆ ਸੀ, ਖਤ ਤਰਕਸ਼ੀਲ ਸੁਸਾਇਟੀ ਵਾਲਿਆਂ ਨੇ ਲਿਖਿਆ ਸੀ, ਔਰ ਪਿੰਡ ਦੇ ਇੱਕ ਬੰਦੇ ਨੂੰ ਉਹਨਾਂ ਨੇ ਇਨਵੋਲਵ ਕੀਤਾ ਸੀ। ਪਰ ਇਹਦੇ ਤੇ ਇਲਜ਼ਾਮ ਲੱਗਿਆ ਕਿ ਜਦੋਂ ਡੇਰੇ ਦੇ ਵਿੱਚ ਇਹ ਪਤਾ ਲੱਗ ਗਿਆ ਕਿ ਜੋ ਡੇਰੇ 'ਚ ਬਦਮਾਸ਼ੀਆਂ ਕਰਦਾ ਇਹ ਬੂਬਣਾ ਕੂੜਾ ਸਾਧ, ਇਹ ਹੁਣ ਬੇਨਕਾਬ ਹੋਣ ਲੱਗ ਗਈਆਂ ਨੇ। ਔਰ ਰਣਜੀਤ ਸਿੰਘ ਦੀ ਭੈਣ ਸੀ ਜਿਹੜੀ, ਉਸ ਨੂੰ ਵੀ ਇਸ ਬੰਦੇ ਨੇ ਉਹਦਾ ਸਰੀਰਕ ਸ਼ੋਸ਼ਣ ਕੀਤਾ, ਜਿਸ ਤੋਂ ਮਤਲਬ ਇਹ ਅੱਗ ਫੈਲ ਗਈ ਔਰ ਹਕੀਕਤ ਸੀ ਜਿਹੜੀ ਉਹ ਸਾਹਮਣੇ ਆ ਗਈ। ਤੁਸੀਂ ਦੇਖੋ, ਇਹ ਹੁੰਦਾ ਜਿਵੇਂ ਤੁਸੀਂ ਇਹ ਗੱਲ ਕਹੀ ਹੈ ਕਿ ਰੱਬ ਦੀ ਜਿਹੜੀ ਲਾਠੀ ਹੁੰਦੀ ਹੈ ਨਾ, ਉਹਦੇ 'ਚ ਆਵਾਜ਼ ਨਹੀਂ ਹੁੰਦੀ। ਔਰ ਇਹ ਜਿਹੇ ਮਸਟੰਡੇ ਨੇ ਜਿਹੜੇ ਡੇਰੇ ਖੋਲੀ ਬੈਠੇ ਨੇ, ਮੈਂ ਜਿੰਨੇ ਵੀ ਡੇਰੇ ਨੇ ਹਿੰਦੁਸਤਾਨ 'ਚ, ਕੋਈ ਡੇਰਾ ਹੋਵੇ ਜਿਹੜਾ ਆਸਾਰਾਮ ਸੀਗਾ, ਜਿਹਨੂੰ ਸਾਰੇ ਬਾਪੂ ਕਹਿੰਦੇ ਸੀ, ਜਿਹਦੀ ਚੌਖਟ ਤੇ ਜਾ ਕੇ ਪ੍ਰਧਾਨ ਮੰਤਰੀ ਵੀ ਬੈਠਾ, ਨਰਿੰਦਰ ਮੋਦੀ ਜੀ ਵੀ ਗਏ, ਪ੍ਰਕਾਸ਼ ਸਿੰਘ ਬਾਦਲ ਵੀ ਗਿਆ, ਆ ਠੋਕੋ ਤਾਲੀ ਵੀ ਉਹਦੀ ਜਾ ਕੇ ਸ਼ਾਨ 'ਚ ਕਸੀਦੇ ਪੜ੍ਹ ਕੇ ਆਇਆ। ਇਹ ਉਹ ਬੰਦੇ ਨੇ ਜਿਨ੍ਹਾਂ ਦਾ ਹੋਰ ਕੋਈ ਮਕਸਦ ਨਹੀਂ। ਇਹ ਗਧੇ ਨੂੰ ਵੀ ਬਾਪ ਕਹਿ ਸਕਦੇ ਨੇ ਜਿਹੜੇ ਸਿਆਸਤਦਾਨ ਹੁੰਦੇ ਨੇ, ਠੀਕ ਹੈ। ਕਿਉਂਕਿ ਉਹਨਾਂ ਨੂੰ ਤਾਂ ਮਤਲਬ ਸਿਰਫ ਆਪਣੀਆਂ ਵੋਟਾਂ ਦਾ ਹੈ। ਉਹ ਕਿਸੇ ਮਸਟੰਡੇ ਦੇ ਪੈਰੀਂ ਹੱਥ ਲਾ ਸਕਦੇ ਨੇ, ਉਹ ਕਿਸੇ ਬਦਮਾਸ਼ ਨੂੰ ਇਹ ਕਹਿ ਸਕਦੇ ਨੇ ਕਿ ਸਾਡਾ ਪਿਤਾ ਹੈ, ਠੀਕ ਹੈ। ਇਹ ਲੋਕ ਜਿਹੜੇ ਨੇ, ਇਹਨਾਂ ਦਾ ਕਿਉਂਕਿ ਕੋਈ ਈਮਾਨ ਨਹੀਂ ਹੁੰਦਾ, ਇਹਨਾਂ ਕਰਕੇ ਹੀ ਇਹ ਮੁਸ਼ਟੰਡੇ ਬਦਮਾਸ਼ ਬਲਾਤਕਾਰੀ ਸਮਾਜ ਦੇ ਵਿੱਚ ਪਲਦੇ ਰਹਿੰਦੇ ਨੇ। ਇਹਨਾਂ ਦੇ ਹੌਸਲੇ ਵੀ ਤਾਂ ਹੀ ਵੱਧਦੇ ਨੇ। ਕਹਿੰਦੇ ਨੇ ਕਿ ਜਦੋਂ ਅਸੀਂ ਕੋਈ ਬੁਰਾ ਕਰਮ ਕਰਨ ਲੱਗਦੇ ਆ ਨਾ, ਸਾਡੀ ਇੱਕ ਵਾਰ ਜਿਹੜੀ ਆਤਮਾ ਜ਼ਰੂਰ ਅੰਦਰੋਂ ਦੀ ਆਵਾਜ਼ ਦਿੰਦੀ ਹੈ ਕਿ ਇਹ ਕਰਮ ਤੂੰ ਨਾ ਕਰ, ਪਰ ਇਨਸਾਨ ਉਹ ਕਰਦਾ। ਫਿਰ ਜਦੋਂ ਉਹ ਬੁਰਾ ਕਰਮ ਛੁਪਾਉਣ ਦੇ ਲਈ ਬਹੁਤ ਵਿਅਕਤੀ ਉਹਦੀ ਮਦਦ ਕਰਨ ਲੱਗ ਜਾਂਦੇ ਨੇ। ਜਿਵੇਂ ਕਿ ਤੁਸੀਂ ਦੱਸਿਆ ਕਿ ਇੰਨੇ ਸਾਰੇ ਮੰਤਰੀਆਂ ਦੀ ਦੇਖੋ, ਉਹ ਜਾਣਾ ਉੱਥੇ ਲੋਕਾਂ ਤੋਂ ਵੋਟਾਂ ਮੰਗਣੀਆਂ, ਡੇਰੇ ਦੇ ਵਿੱਚ ਜਾ ਕੇ ਮੱਥੇ ਟੇਕਣੇ, ਆਖਰਕਾਰ ਉਹ ਵਿਅਕਤੀ ਦੇ ਹੌਸਲੇ ਬੁਲੰਦ ਹੀ ਹੁੰਦੇ ਨੇ। ਫਿਰ ਉਹ ਬਾਰ-ਬਾਰ ਉਹ ਬੁਰੇ ਕਰਮ ਵੱਲ ਹੀ ਤੁਰਿਆ ਹੀ ਜਾਂਦਾ ਹੈ। ਦਰਅਸਲ ਇਹ ਲੋਕ ਪੈਦਾ ਕਿਉਂ ਹੁੰਦੇ ਨੇ? ਸਭ ਤੋਂ ਵੱਡਾ ਸਵਾਲ ਤਾਂ ਇਹ ਡੇਰਾਵਾਦ ਜਿਹੜਾ ਹੈ ਕਿਉਂ ਪੈਦਾ ਹੁੰਦਾ? ਇਹ ਪੈਦਾ ਤਾਂ ਹੁੰਦਾ ਹੈ ਕਿ ਲੋਕ ਨੇ ਜਿਹੜੇ ਉਹ ਜ਼ਿਹਨੀ ਤੌਰ ਤੇ ਅਪੰਗ ਨੇ, ਜੀ ਠੀਕ। ਉਹਨਾਂ ਨੂੰ ਇਸ ਤਰ੍ਹਾਂ ਲੱਗਦਾ ਹੈ ਕਿ ਇਹਨਾਂ ਦੇ ਜ਼ਰੀਏ ਹੋ ਸਕਦਾ ਸਾਨੂੰ 4 ਛਿੱਲੜ ਮਿਲ ਜਾਣ, ਜੀ ਠੀਕ। ਦੂਸਰੀ ਗੱਲ, ਧਰਮ ਦੀਆਂ ਕੰਧਾਂ ਨੇ ਜਿੱਥੇ ਜਾਤ ਪਾਤ ਦੀਆਂ ਦੀਵਾਰਾਂ ਖੜੀਆਂ ਨੇ, ਉਹਨਾਂ ਤੋਂ ਬਚਣ ਵਾਸਤੇ ਵੀ ਡੇਰੇ ਵਾਲੇ ਜਿਹੜੇ ਨੇ ਉਹ ਇਹਨਾਂ ਨੂੰ ਗਲ ਲਾ ਲੈਂਦੇ ਨੇ, ਠੀਕ। ਸਿੱਖ ਜਿਹੜੇ ਨੇ, ਉਹ ਤੁਹਾਨੂੰ ਪਤਾ ਉਹਨਾਂ ਚੋਂ ਜਾਤ ਪਾਤ ਤਾਂ ਜਾ ਸਕਦੀ ਨਹੀਂ ਗੀ। ਜੇ 11 ਗੁਰੂ ਨਹੀਂ ਉਹਨਾਂ ਤੋਂ ਜਾਤ ਪਾਤ ਦੂਰ ਕਰ ਸਕੇ ਤਾਂ ਹੋਰ ਤਾਂ ਕੋਈ ਚਮਤਕਾਰ ਹੋ ਨਹੀਂ ਸਕਦਾ। ਬਿਲਕੁਲ ਜੀ। ਔਰ ਸਿੱਖਾਂ ਨੇ ਜਾਤ ਆਧਾਰਿਤ ਗੁਰਦੁਆਰੇ ਬਣਾਏ ਹੋਏ ਨੇ, ਬਾਹਰ ਵੀ ਨੇ। ਔਰ ਇੱਥੇ ਜੋ ਸਲੂਕ ਮਤਲਬ ਆਰਥਿਕ ਤੌਰ ਤੇ ਪਛੜੀਆਂ ਸ਼੍ਰੇਣੀਆਂ ਨਾਲ ਕੀਤਾ ਜਾਂਦਾ ਹੈ, ਉਹ ਵੀ ਕਿਸੇ ਤੋਂ ਗੁੱਝਿਆ ਨਹੀਂ ਹੈ। ਹੁਣ ਇਹ ਜਿਹੜਾ ਬੰਦਾ ਹੈ, ਇਹਦੇ ਤੇ ਕਾਨੂੰਨੀ ਸ਼ਿਕੰਜਾ ਜਿਸ ਕਦਰ ਕੱਸਿਆ ਗਿਆ, ਪਰ ਸਿਤਮ ਜ਼ਰੀਫੀ ਵੇਖੋ ਕਿ ਜਿਹੜੇ ਅੰਧ ਭਗਤ ਨੇ, ਜਿਹੜੇ ਦੇ ਮਗਰ ਲੱਗੇ ਹੋਏ ਨੇ, ਜਿਹੜੇ ਅੱਖਾਂ ਤੋਂ ਅੰਨੇ ਨੇ, ਔਰ ਜਿਹੜੇ ਵੈਸੇ ਜਮਾਂਦਰੂ ਅੰਨੇ ਸੀਗੇ, ਉਹ ਬੰਦੇ ਅਜੇ ਤੱਕ ਕਹੀ ਜਾਂਦੇ ਪਿਤਾ ਜੀ ਚਮਤਕਾਰ ਕਰਨਗੇ, ਠੀਕ ਆ, ਪਿਤਾ ਜੀ ਜੇਲ੍ਹ 'ਚ ਮਰਨਗੇ। ਉਹ ਇਹ ਵੀ ਕਹਿ ਰਹੇ ਨੇ ਕਿ ਜੇਕਰ ਪਿਤਾ ਜੀ ਅੱਜ ਜੇਲ੍ਹ 'ਚ ਬੈਠੇ ਨੇ ਤੇ ਇਹ ਵੀ ਪਿਤਾ ਜੀ ਦੀ ਹੀ ਕੋਈ ਕੌਤਕ ਹੈ, ਉਹਨਾਂ ਦੀ ਕੋਈ ਕੀਤੀ ਗਈ ਹੈ, ਇਹਦੇ ਵਿੱਚ ਕੋਈ ਪ੍ਰਮਾਤਮਾ ਦਾ ਕੋਈ ਸੁਨੇਹਾ ਹੈ। ਜਲੰਧਰ ਦਾ ਇੱਕ ਡੇਰਾ, ਬੜਾ ਵੱਡਾ ਡੇਰਾ, ਔਰ ਉਸ ਡੇਰੇ ਦਾ ਜਿਹੜਾ ਸਾਧ ਹੈ ਉਹ ਕੀ ਕਰਦਾ, ਮਤਲਬ ਬੜੇ ਟਕਵੰਜ ਨੇ ਉਹਦੇ, ਬੜਾ ਕੁਝ ਆਪਣੇ ਕੁਕਰਮਾਂ ਨੂੰ ਛੁਪਾਉਣ ਵਾਸਤੇ ਉਸਨੇ ਇਸ ਤਰ੍ਹਾਂ ਦੀਆਂ ਲੋਕ ਲਵਾਊ ਸਕੀਮਾਂ ਦੀਆਂ ਸ਼ੁਰੂ ਕੀਤੀਆਂ ਹੋਈਆਂ ਨੇ। ਕੰਮ ਕੀ ਕਰਦਾ ਉਹ? ਕੰਮ ਉਹਦਾ ਇਹ ਹੈ ਕਿ ਉਹ ਇਧਰੋਂ ਬੀਬੀ ਕੋਈ ਉਧਰ ਭੇਜਤੀ, ਉਧਰ ਕਿਸੇ ਨਾਲ ਵਿਆਹ ਕਰਾਤਾ, ਉਧਰੋਂ ਕੋਈ ਗਿਟਮਿਟ ਕਰਕੇ ਕਿਸੇ ਨਾਲ ਪੈਸੇ ਲੈ ਦੇ ਕੇ ਇਹ ਕਾਰੋਬਾਰ ਵਪਾਰ ਇਹਨੂੰ ਚਲਾਉਂਦਾ। ਵੈਸੇ ਵੀ ਬਾਹਰ ਜਾਣ ਲਈ ਕਿਸੇ ਵੀ ਰਿਸ਼ਤੇ ਨੂੰ ਪਤੀ ਪਤਨੀ ਬਣਾ ਲੈਣਾ ਅੱਜ ਕੱਲ੍ਹ ਆਮ ਹੁੰਦਾ ਜਾ ਰਿਹਾ ਹੈ। ਇਹ ਕਿ ਬੇਸਿਕਲੀ ਉਹ ਬੰਦਾ ਵੀ ਬਦ ਕਿਰਦਾਰ ਹੈ, ਔਰ ਜਿਹੜੇ ਉਹਦੇ ਬਹੁਤ ਜ਼ਿਆਦਾ ਨੇੜੇ ਨੇ ਜੀ, ਉਹ ਇਸ ਗੱਲ ਨੂੰ ਮਹਿਸੂਸ ਕਰਦੇ ਨੇ ਕਿ ਇਹ ਬੰਦਾ
ਜਿਹੜਾ ਆਪਣੇ ਆਪ ਨੂੰ ਸੰਤ ਕਹਿੰਦਾ ਹੈ ਜਾਂ ਹੂੰ। ਸਾਧ ਕਹਿੰਦਾ ਹੈ, ਸ਼ੀਤਲ ਜੀ, ਜਿਹੜਾ ਬੰਦਾ ਆਪਣੇ ਆਪ ਨੂੰ ਸੰਤ ਕਹਿੰਦਾ ਨਾ, ਉਹ ਭਾਵੇਂ ਜਿਹੜਾ ਮਰਜ਼ੀ ਹੈ, ਉਹ ਭਗਵੇ ਪਾਈ ਫਿਰਦਾ ਹੈ, ਉਹ ਕੋਈ ਪਹਿਰਾਵਾ ਪਾਈ ਫਿਰਦਾ ਸਾਧਾਂ ਵਾਲਾ, ਮੈਂ ਉਸ ਨੂੰ ਇੱਕ ਨੰਬਰ ਦਾ ਚਾਲਬਾਜ਼, ਫਰੇਬੀ, ਧੋਖੇਬਾਜ਼ ਮੰਨਦਾ ਜੀ। ਕਿਉਂਕਿ ਜਿਹੜਾ ਬੰਦਾ ਭਗਵੇ ਪਾ ਕੇ ਕਹਿੰਦਾ ਨਾ ਮੈਂ ਸੰਤ ਹਾਂ, ਸੰਤ ਤਾਂ ਇੱਕ ਰਿਕਸ਼ੇ ਵਾਲਾ ਵੀ ਹੋ ਸਕਦਾ, ਸੰਤ ਤਾਂ ਇੱਕ ਦਿਹਾੜੀਦਾਰ ਵੀ ਹੋ ਸਕਦਾ, ਉਹਦੇ ਵਾਸਤੇ ਕਿਸੇ ਲਿਬਾਸ ਦੀ ਜ਼ਰੂਰਤ ਨਹੀਂ। ਲਿਬਾਸ ਉਹ ਪਾਉਂਦਾ ਹੈ ਜਿਹੜਾ ਲੋਕਾਂ ਨੂੰ ਧੋਖਾ ਦਿੰਦਾ ਜਾਂ ਵਰਗਲਾਉਂਦਾ। ਇੱਕ ਇੱਥੇ ਭੇਡਾਂ ਵਾਲਾ, ਪਤਾ ਨਹੀਂ ਘੱਗਰੀਆਂ ਵਾਲਾ ਕੋਈ ਸਾਧ ਸੂਧ ਜਿਹਾ ਹੈਗਾ, ਮੈਂ ਉਹਦੇ ਬਾਰੇ ਬਹੁਤਾ ਮਤਲਬ ਵੈਸੇ ਤਾਂ ਉਹਦੇ ਨਾਲ ਕਦੇ ਮੇਰਾ ਬੈਠਣ ਉੱਠਣ ਨਹੀਂ ਹੋਇਆ, ਲੇਕਿਨ ਉਹਦੀਆਂ ਕਰਤੂਤਾਂ ਨੇ ਜਿਹੜੀਆਂ, ਉਹ ਬਹੁਤ ਪਹਿਲਾਂ ਆਪਣੇ ਆਪ ਨੂੰ ਬਹੁਤ ਵੱਡੀ ਧਾਰਮਿਕ ਤੋਪ ਸਮਝਦਾ ਸੀ, ਔਰ ਉਹ ਸਮਝਦਾ ਸੀ ਕਿ ਮੈਂ ਮਤਲਬ ਹੁਣ ਸਾਖਸਾਤ ਦਸਵੇਂ ਪਿਤਾ ਦਾ ਹੀ ਮਤਲਬ ਇੱਕ ਤਰ੍ਹਾਂ ਨਾਲ ਸਰੂਪ ਆ। ਉਹਨੇ ਕੋਈ ਕਲਗੀ ਵੀ ਲਾ ਲਈ ਸੀ। ਜਦੋਂ ਉਹਨੂੰ ਡਾਂਗਾਂ ਦਾ ਡਰ ਹੋਇਆ ਤਾਂ ਉਸ ਵੇਲੇ ਫਿਰ ਉਸਨੇ ਆਪਣੀ ਸ਼ੈਲੀ ਬਦਲਣੀ ਸ਼ੁਰੂ ਕਰ ਦਿੱਤੀ, ਔਰ ਉਹ ਤਿਆਰ ਐਵੇਂ ਹੁੰਦਾ, ਉਹਦੇ ਕੋਲੇ ਮਹਿੰਗੇ ਮਹਿੰਗੇ ਲਿਬਾਸ ਨੇ, ਮਹਿੰਗੀਆਂ ਮਹਿੰਗੀਆਂ ਗੱਡੀਆਂ ਨੇ, ਮਤਲਬ ਲੱਖਾਂ ਤੋਂ ਘੱਟ ਉਹ ਲਿਬਾਸ ਨਹੀਂ ਪਾਉਂਦਾ। ਉਹਦੇ ਜਿਹੜੇ ਜੁੱਤੇ ਨੇ ਉਹ ਵੀ ਮਤਲਬ 75,000 ਤੋਂ 80,000 ਤੋਂ ਸ਼ੁਰੂ ਹੁੰਦੇ ਨੇ। ਇਹ ਸਾਧ ਦਾ ਮਤਲਬ ਪਹਿਰਾਵਾ ਹੈ, ਉਹਦੀ ਜੀਵਨ ਜਾਚ ਹੈ, ਔਰ ਉਹਦੇ ਮਗਰ ਵੀ ਬਹੁਤ ਵੱਡਾ ਵੱਗ ਹੈ, ਕਿਉਂਕਿ ਵੱਗਾਂ ਦੀ ਤਾਂ ਕੋਈ ਘਾਟ ਹੈ ਨਹੀਂ ਨਾ ਹਿੰਦੁਸਤਾਨ 'ਚ, ਬਿਲਕੁਲ ਨਹੀਂ ਹੈ। ਜਿੰਨੇ ਬੂਬਨੇ ਨੇ ਹਰ ਇੱਕ ਦਾ ਵੱਖਰਾ ਇੱਕ ਵੱਗ ਹੈ, ਔਰ ਉਹ ਜਿਹੜਾ ਵੱਗ ਹੈ ਉਹ ਕਿਸੇ ਨਾ ਕਿਸੇ ਸਿਆਸੀ ਪਾਰਟੀ ਦਾ ਸਥਾਪਿਤ ਵੋਟ ਬੈਂਕ ਹੈ। ਇਸ ਕਰਕੇ ਤੁਸੀਂ ਦੇਖਿਆ ਹੋਣਾ, ਇਹ ਜਿਹੜੇ ਬੂਬਨੇ ਨੇ ਇਹਨਾਂ ਦੇ ਮਗਰ ਨਾ ਪੁਲਿਸ ਵਾਲੇ ਜ਼ਰੂਰ ਹੁੰਦੇ ਨੇ, ਅੰਗ ਰੱਖਿਅਕ ਕਹਿੰਦੇ ਜਿਨ੍ਹਾਂ ਨੂੰ, ਬਾਡੀਗਾਰਡ ਕਹਿੰਦੇ, ਕਿਉਂਕਿ ਇਹਨਾਂ ਦੀ ਕਰਤੂਤਾਂ ਤੋਂ ਖਤਰਾ ਹੁੰਦਾ, ਕਿਉਂਕਿ ਕੋਈ ਪਤਾ ਨਹੀਂ ਹੁੰਦਾ ਕਿਹੜਾ ਬੰਦਾ ਆਕਿਆ ਮੇਰੇ ਵਰਗਾ ਥੱਪੜ ਮਾਰ ਕੇ ਭੱਜੇ। ਇਹਨਾਂ ਬੰਦਿਆਂ ਦੇ ਇਹ ਸਾਰੇ ਕੰਮ ਨੇ ਜਿਹੜੇ, ਇਹ ਕਿਉਂ ਫੈਲੇ ਨੇ? ਇਹ ਫੈਲੇ ਇਸ ਕਰਕੇ ਨੇ ਕਿ ਜਿਹੜੀ ਸਾਡੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ, ਉਸ ਨੇ ਆਪਣੀ ਜ਼ਿੰਮੇਵਾਰੀ ਕਦੇ ਪੂਰੀ ਨਹੀਂ ਕੀਤੀ। ਸ਼੍ਰੀ ਅਕਾਲ ਤਖਤ ਤੇ ਆਪਣੀ ਪਸੰਦ ਦੇ ਮਸੰਦ ਬਿਠਾਉਂਦੇ ਰਹੇ। ਸਵਾਲ ਇਹ ਹੈ ਕਿ ਜਦੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਨੂੰ ਗੁਰਤਾ ਗੱਦੀ ਦਸਮ ਪਾਤਸ਼ਾਹ ਨੇ ਆਪਣੇ ਘਰ ਕਮਲਾ ਨਾਲ ਦਿੱਤੀ, ਤਾਂ ਉਸ ਤੋਂ ਬਾਅਦ ਬਾਕੀ ਜਿੰਨਾ ਵੀ ਕੋਈ ਕੂੜ ਕਬਾੜਾ ਹੈ ਉਹਦਾ ਕੋਈ ਅਰਥ ਨਹੀਂ। ਜੇ ਕੋਈ ਪੋਥੀ ਆ ਉਹਦਾ ਕੋਈ ਅਰਥ ਨਹੀਂਗਾ। ਜਿਹੜੀਆਂ ਗੁਰੂ ਸਾਹਿਬ ਦੇ ਨਾਮ ਤੇ ਪੋਥੀਆਂ ਮੜੀਆਂ ਗਈਆਂ ਨੇ, ਜਿਹੜੀਆਂ ਬਾਣੀਆਂ ਉਹਨਾਂ ਦੇ ਨਾਮ ਨਾਲ ਚਪਕਾਈਆਂ ਗਈਆਂ ਨੇ, ਉਹਨਾਂ ਦਾ ਕੋਈ ਅਰਥ ਨਹੀਂ। ਸੋ ਕਹਿਣ ਦਾ ਭਾਵ ਇਹ ਹੈ ਕਿ ਭਾਵੇਂ ਬਾਬਾ ਆਸਾ ਰਾਮ ਦੀ ਗੱਲ ਕਰ ਲਈ ਜਾਵੇ, ਚਾਹੇ ਇਹਦੀ ਰਾਮ ਰਹੀਮ, ਭਾਵੇਂ ਕਾਸਾ ਰਾਮ ਦੀ ਗੱਲ ਕਰ ਲਈ, ਚਾਹੇ ਰਾਮ ਰਹੀਮ ਦੀ ਗੱਲ ਕਰ ਲਈ ਜਾਵੇ, ਸੋ ਇਹ ਜਿਹੜੀਆਂ ਉਦਾਹਰਨਾਂ ਸਾਹਮਣੇ ਆਈਆਂ ਨੇ, ਜਿਹੜੇ ਫੜੇ ਜਾ ਚੁੱਕੇ ਨੇ, ਉਹਨਾਂ ਨੂੰ ਲੈ ਕੇ ਲੋਕਾਂ ਨੂੰ ਆਪਣੀ ਸੋਚ, ਆਪਣੇ ਦਿਮਾਗ ਦਾ ਦਾਇਰਾ ਖੋਲਣਾ ਚਾਹੀਦਾ ਹੈ। ਆਪਣੀਆਂ ਬੇਟੀਆਂ ਨੂੰ, ਆਪਣੀਆਂ ਨੂੰਹਾਂ ਨੂੰ ਆਪਣੇ ਘਰ ਦੇ ਵਿੱਚ ਰੱਖੋ, ਸਗੋਂ ਇਹੋ ਜਿਹੇ ਵਿਸ਼ਵਾਸ ਦੂਸਰਿਆਂ ਦੇ ਉੱਤੇ ਬਣਾਉਣ ਦਾ ਜ਼ਮਾਨਾ ਨਹੀਂ ਹੈ। ਸੋ ਅਗਲੇ ਮੁੱਦੇ ਤੇ ਆਨੇ ਆ ਸਰ। ਇੱਕ ਛੋਟੀ ਜੀ ਗੱਲ ਰਹੀ ਸ਼ੀਤਲ, ਜਿਹੜੀ ਮੈਂ ਕਰਦਾ ਸੀਗਾ, ਉਹ ਇਹ ਹੈ ਕਿ ਸ਼੍ਰੀ ਅਕਾਲ ਤਖਤ ਦੇ ਜਥੇਦਾਰ ਨੂੰ, ਜੇ ਉਹ ਵਾਕਈ ਜਥੇਦਾਰ ਹੈ ਔਰ ਸ਼੍ਰੀ ਹਰਗੋਬਿੰਦ ਪਾਤਸ਼ਾਹ ਦੇ ਇਸ ਮੁਕੱਦਸ ਤਰੀਨ ਸਮਾਰਕ ਦੇ ਉੱਪਰ ਸ਼ਿਸ਼ੋਭਤ ਹੈ, ਤਾਂ ਉਹਨੂੰ ਚਾਹੀਦਾ ਕਿ ਪਹਿਲਾਂ ਤੂੰ ਇਹਨਾਂ ਜਥੇਬੰਦੀਆਂ ਨੂੰ ਜਿਹੜੀਆਂ ਵੀ ਨੇ ਡਨ ਲਾ, ਬੁਲਾ ਉਹਨਾਂ ਨੂੰ, ਔਰ ਕੌਮ ਚੋਂ ਦਰਬਦਰ ਕਰ ਜਿਹੜੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਕਿਸੇ ਹੋਰ ਪੁਸਤਕ ਨੂੰ ਰੱਖਦੇ ਨੇ। ਇਹਨਾਂ ਹੀ ਕਹਿਣਾ ਸੀ। ਸਰ ਆਨੇ ਅਗਲੇ ਮੁੱਦੇ ਵੱਲ। ਸਾਡਾ ਅਗਲਾ ਮੁੱਦਾ ਜਿਹੜਾ ਸਿੰਘੂ ਬਾਰਡਰ ਦੇ ਉੱਤੇ ਕਾਂਡ ਹੋਇਆ, ਲਖਵੀਰ ਸਿੰਘ ਦਾ ਜਿਹੜਾ ਹੈ ਬਹੁਤ ਬੇਰਹਿਮੀ ਦੇ ਨਾਲ ਉਹਦੀ ਹੱਤਿਆ ਕੀਤੀ ਗਈ, ਉਹਦੇ ਬਾਰੇ ਕਾਫੀ ਵਿਚਾਰ ਚਰਚਾ ਚੱਲ ਰਹੀ ਹੈ, ਬਹੁਤ ਅਖਬਾਰਾਂ ਦੇ ਵਿੱਚ ਵੀ ਆ ਰਿਹਾ, ਟੀਵੀ ਦੇ ਵਿੱਚ ਵੀ ਅਸੀਂ ਖਬਰਾਂ ਸੁਣ ਰਹੇ ਆ। ਹੁਣ ਗੱਲ ਆਉਂਦੀ ਹੈ ਕਿ ਜਿਹੜਾ ਉਹਨਾਂ ਦੇ ਵਿੱਚ ਬਾਬਾ ਅਮਨ ਸਿੰਘ ਹੈ, ਉਹਦੀਆਂ ਕੁਝ ਤਸਵੀਰਾਂ ਜਿਹੜੀਆਂ ਨੇ ਭਾਜਪਾ ਦੇ ਮੰਤਰੀਆਂ ਦੇ ਨਾਲ ਛਪੀਆਂ ਨੇ, ਕਿਸੇ ਅਖਬਾਰ ਦੇ ਵਿੱਚ ਉਹ ਤਸਵੀਰਾਂ ਛਾਪੀਆਂ ਗਈਆਂ। ਹੁਣ ਸਵਾਲ ਇਹ ਖੜਾ ਹੁੰਦਾ ਹੈ ਕਿ ਜੇਕਰ ਉਸ ਬਾਬੇ ਦੀਆਂ ਤਸਵੀਰਾਂ ਭਾਜਪਾ ਦੇ ਆਗੂਆਂ ਦੇ ਨਾਲ ਲੱਗ ਰਹੀਆਂ ਨੇ, ਤਾਂ ਇਹ ਸਾਰੇ ਦੇ ਸਾਰੇ ਉੱਥੇ ਸਿੰਘੂ ਬਾਰਡਰ ਦੇ ਉੱਤੇ ਪਹੁੰਚੇ ਹੋਏ ਨੇ, ਕੀ ਇਹ ਕਿਸਾਨੀ ਜਿਹੜਾ ਮੁੱਦਾ ਹੈ ਉਹਦਾ ਭਾਜਪਾ ਸਰਕਾਰ ਦੇ ਨਾਲ ਗੱਲਬਾਤ, ਸਮਝੌਤਾ ਕਰਾਉਣ ਦੇ ਲਈ ਇਹ ਨਿਹੰਗ ਉੱਥੇ ਪਹੁੰਚੇ ਨੇ? ਇਹ ਸਵਾਲ। ਦੂਸਰਾ, ਜਾਂ ਇਹ ਵਿਚੋਲਗੀ ਕਰ ਰਹੇ ਨੇ ਭਾਜਪਾ ਸਰਕਾਰ ਤੇ ਕਿਸਾਨਾਂ ਦੇ ਵਿਚਕਾਰ ਦੀ? ਇਹਦੇ ਬਾਰੇ ਤੁਹਾਡੇ ਕੀ ਵਿਚਾਰ ਨੇ? ਦੇਖੋ, ਇੱਕ ਬਹੁਤ ਉੱਗੇ ਸ਼ਾਇਰ ਹੋਏ ਨੇ ਜਗਤਾਰ ਜੀ, ਉਹਨਾਂ ਦਾ ਇੱਕ ਸ਼ੇਰ ਹੈ, ਇਹ ਚਿੜੀ ਦਾਣੇ ਦੁਣੱਕੇ ਤੇ ਨਹੀਂ ਹੈ ਠਹਿਰਦੀ। ਇਹ ਚਿੜੀ ਦਾਣੇ ਦੁਣੱਕੇ ਤੇ ਨਹੀਂ ਹੈ ਠਹਿਰਦੀ, ਇਹ ਤੇ ਹੁਣ ਬਾਦਾਮ ਗਿਰੀਆਂ ਤੇ ਮੁਨੱਕਾ ਖਾਏਗੀ ਜੀ। ਮਤਲਬ ਕੀ ਹੈ ਇਹ ਜਿਹੜੇ ਨਿਹੰਗ ਸਿੰਘ ਨੇ, ਦਾਲਾਂ ਬਣਾ ਲਿਆ, ਪ੍ਰਸ਼ਾਦੇ ਬਣਾ ਲਏ, ਖੀਰ ਬਣਾ ਲਈ, ਕੜਾਹ ਬਣਾ ਲਿਆ, ਇਹਨਾਂ ਦਾ ਤੋਰੀ ਫੁਲਕਾ ਇਵੇਂ ਚੱਲਦਾ ਰਹਿੰਦਾ। ਜਦੋਂ ਇਹਨਾਂ ਨੂੰ ਇਹ ਲੱਗਿਆ ਕਿ ਇਦੋਂ ਵੱਧ ਕੇ ਵੀ ਕੁਝ ਮਿਲ ਸਕਦਾ, ਬਾਦਾਮ ਪਿਸਤਾ ਗਿਰੀਆਂ ਮਤਲਬ ਨਿਰੰਤਰ ਮਿਲ ਸਕਦੀਆਂ ਨੇ। ਮੈਂ ਕੱਲ ਹੀ ਇਹ ਗੱਲ ਕਹੀ ਸੀ ਕਿ ਜਿਹੜੇ ਲਖਬੀਰ ਸਿੰਘ ਦਾ
ਜਿਹੜਾ ਕਤਲ ਹੈ, ਇਸ ਸਾਜ਼ਿਸ਼ ਵਿੱਚ ਇਹ ਜਥੇਬੰਦੀ ਖੁਦ ਸ਼ਰੀਕ ਹੈ ਔਰ ਇਹ ਭਾਜਪਾ ਦੇ ਗੜਬਈਏ ਨੇ, ਇਹ ਭਾਜਪਾ ਦੇ ਗੁਲਾਮ ਨੇ ਔਰ ਇਹ ਸਾਰੇ ਪੰਥ ਨੂੰ ਬੇਅਦਬੀ ਦੇ ਨਾਮ ਤੇ ਫਰੇਬ ਦੇਣਾ ਚਾਹੁੰਦੇ ਨੇ। ਇਦੋਂ ਵੱਡੇ ਧੋਖੇਬਾਜ਼ ਕੋਈ ਨਹੀਂ ਹਨ। ਔਰ ਮੈਂ ਇਹਨਾਂ ਨੂੰ ਇਹ ਗੱਲ ਦਾ ਚੈਲੰਜ ਕਰਦਾ ਕਿ ਜਿਸ ਗ੍ਰੰਥ ਦੀ ਇਹ ਬੇਅਦਬੀ ਦੀ ਗੱਲ ਕਰਦੇ ਆ, ਉਸ ਗ੍ਰੰਥ ਬਾਰੇ ਕਿਸੇ ਗੁਰੂ ਦਾ ਕੋਈ ਫਰਮਾਨ ਨਹੀਂ ਹੈ, 10ਵੇਂ ਪਾਤਸ਼ਾਹ ਦਾ ਕੋਈ ਫਰਮਾਨ ਨਹੀਂ ਹੈ ਜਿਨ੍ਹਾਂ ਨੇ ਗੁਰਤਾ ਗੱਦੀ ਦਿੱਤੀ। ਇਹ ਸਾਰਾ ਕੁਝ ਜਿਹੜਾ ਹੈ ਇਹ ਸਿਰਫ ਕਿਉਂ ਕੀਤਾ ਗਿਆ? ਇੱਕ ਸੋਚੀ ਸਮਝੀ ਸਾਜ਼ਿਸ਼ ਦੇ ਅਧੀਨ ਸੰਯੁਕਤ ਕਿਸਾਨ ਮੋਰਚੇ ਵੱਲੋਂ ਵਿੱਢੇ ਇਸ ਇਤਿਹਾਸਿਕ ਕਿਸਾਨ ਅੰਦੋਲਨ ਨੂੰ ਬਦਨਾਮ ਕਰਨ ਵਾਸਤੇ। ਔਰ ਇਹ ਸਾਜ਼ਿਸ਼ ਬੜੀ ਲੰਮੀ ਹੈ। ਇਹਦੇ ਵਿੱਚ ontario ਦਾ ਇੱਕ ਸਿੱਖ ਆਗੂ ਵੀ ਸ਼ਾਮਲ ਹੈ। ਤੁਸੀਂ ਦੇਖੋ ਕਿ ਅਮਨ ਸਿੰਘ ਦੀ ਤਸਵੀਰ ਹੈ ਕੇਂਦਰੀ ਖੇਤੀਬਾੜੀ ਮੰਤਰੀ ਨਰਿੰਦਰ ਤੋਮਰ ਨਾਲ ਔਰ ਇੱਕ ਰਾਜ ਮੰਤਰੀ ਨਾਲ, ਔਰ ਉੱਥੇ ਇੱਕ ਬੰਦਾ ਹੋਰ ਖੜਾ ਹੈ। ਉਹ ਕੌਣ ਹੈ? ਗੁਰਮੀਤ ਸਿੰਘ ਪਿੰਕੀ, ਜਿਹੜਾ ਕਦੇ ਕੈਟ ਸੀ ਔਰ ਜਿਹਨੇ ਕਦੇ ਦਾਅਵਾ ਕੀਤਾ ਸੀ ਮੈਂ 50 ਝੂਠੇ ਮੁਕਾਬਲਿਆਂ ਦਾ ਸ਼ਾਹਿਦ ਹਾਂ, ਯਾਨੀ ਮੈਂ ਵਿਟਨੈਸ ਹਾਂ, ਚਸ਼ਮਦੀਦ ਗਵਾਹ। ਔਰ ਇਹ ਉਹ ਬੰਦਾ ਗੁਰਮੀਤ ਸਿੰਘ ਪਿੰਕੀ ਜਿਹੜਾ ਖੁਦ ਕੈਟ ਰਿਹਾ ਤੇ ਇਹਨੇ ਉਦੋਂ ਕੀ ਖੁਦ ਕੀਤਾ ਹੋਣਾ ਜਾਂ ਕਰਵਾਇਆ ਹੋਣਾ। ਇਹ ਉਹੀ ਬੰਦਾ ਹੈ ਜਿਹੜਾ ਇੱਕ ਲੜਕੇ ਦੇ ਕਤਲ ਕੇਸ ਦੇ ਵਿੱਚ ਅੰਦਰ ਰਹਿ ਕੇ ਆਇਆ। ਹੁਣ ਇਹ ਜਿਹੇ ਬੰਦਿਆਂ ਨਾਲ ਇਹ ਅਮਨ ਸਿੰਘ ਦੀ ਯਾਰੀ ਨਿਹੰਗ ਦੀ ਇੱਥੋਂ ਇਹ ਸਾਫ਼ ਜ਼ਾਹਿਰ ਹੈ ਕਿ ਇਹ ਜਿਹੜਾ ਕੁਝ ਕੀਤਾ ਗਿਆ ਨਾ, ਤੁਸੀਂ ਦੇਖੋ ਬੰਦੇ ਨੂੰ ਪਕੜਿਆ, ਫੌਰਨ ਉਹਦਾ ਹੱਥ ਵੜਤਾ, ਫੌਰਨ ਉਹਦੀ ਲੱਤ ਵੜਤੀ, ਟੰਗ ਦਿੱਤਾ, ਉਹਨੂੰ ਮਾਰਤਾ। ਉਸ ਨੂੰ ਬਿਠਾ ਕੇ ਪੁੱਛਿਆ ਨਹੀਂ ਗਿਆ ਤੈਨੂੰ ਕਿਹਨੇ ਭੇਜਿਆ। ਜਿਹੜਾ ਅਕਲਮੰਦ ਆਦਮੀ ਹੁੰਦਾ ਹੈ, ਇਹਦਾ ਮਤਲਬ ਇਹ ਹੈ ਕਿ ਨਿਹੰਗ ਬੇਵਕੂਫੀਆਂ ਦੀ ਮੂਰਖਤਾ ਦੀ ਤਸਵੀਰ ਨੇ ਕਿ ਉਹਨਾਂ ਨੇ ਉਸ ਬੰਦੇ ਨੂੰ ਪਕੜ ਕੇ ਪੁੱਛਣਾ ਤੱਕ ਮੁਨਾਸਿਬ ਨਹੀਂ ਸਮਝਿਆ ਕਿ ਭਾਈ ਤੂੰ ਆਇਆ ਕਿੱਥੋਂ ਹੈ, ਤੇਰਾ ਕਿਹੜਾ ਪਿੰਡ ਹੈ, ਤੈਨੂੰ ਕਿਹਨੇ ਭੇਜਿਆ, ਤੇਰੇ ਮਗਰ ਕੌਣ ਹੈ, ਤੈਨੂੰ ਕੋਈ ਲਾਲਚ ਦਿੱਤਾ ਹੈ। ਇਹ ਕੋਈ ਸਵਾਲ ਨਹੀਂ ਕੀਤਾ ਗਿਆ। ਇਹਦਾ ਮਤਲਬ ਮੈਂ ਤਾਂ ਕੱਲ ਵੀ ਇਹ ਗੱਲ ਤੁਹਾਨੂੰ ਕਹੀ ਸੀ ਕਿ ਇਹ ਜਿਹੜੀਆਂ ਨਿਹੰਗ ਜਥੇਬੰਦੀਆਂ ਨੇ, ਇਹਨਾਂ ਦੇ ਚਿਹਰੇ ਮੋਹਰੇ ਤੇ ਪਹਿਰਾਵਿਆਂ ਤੇ ਨਾ ਜਾਓ। ਕੋਈ ਬੰਦਾ ਵੀ ਕਿੰਨੇ ਚ ਵਿਕ ਸਕਦਾ ਹੈ, ਇਹ ਵਿਕ ਗਏ ਨੇ, ਕਥਿਤ ਤੌਰ ਤੇ ਵਿਕ ਗਏ ਨੇ। ਔਰ ਇਹ ਵਿਕਣਾ ਇੱਥੋਂ ਜ਼ਾਹਿਰ ਹੈ ਕਿ ਆ ਜਿਹੜਾ ਪ੍ਰਪੰਚ ਬੇਅਦਬੀ ਦਾ ਬਣਾਇਆ ਗਿਆ, ਇਹਦੇ ਨਾਲ ਕਿਸਾਨ ਮੋਰਚੇ ਨੂੰ ਬਦਨਾਮ ਕਰਨ ਦੀ ਇੱਕ ਬਹੁਤ ਲੰਬੀ ਸਾਜ਼ਿਸ਼ ਜਿਹੜੀ ਹੈ ਉਸ ਨੂੰ ਜਾਮਾ ਪਹਿਨਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਸਗੋਂ ਅਸੀਂ ਤੇ ਕੱਲ ਵੀ ਕਿਹਾ ਸੀਗਾ ਕਿ ਇਹ ਬੇਅਦਬੀ ਜਿਹੜੀ ਕਹਿੰਦੇ ਪਏ ਨੇ ਇਹ ਗੁਰੂ ਗ੍ਰੰਥ ਸਾਹਿਬ ਦੀ ਨਹੀਂ ਹੈ, ਸਰਬ ਲੋਕ ਗ੍ਰੰਥ ਦੀ ਕਹਿੰਦੇ ਨੇ। ਕਈ ਗੱਲਾਂ ਦੇ ਵਿੱਚ ਤੇ ਸੁਣਨ ਨੂੰ ਇਹ ਵੀ ਆਇਆ ਕਿ ਜਦੋਂ ਇਹ ਕਤਲकांड ਕਰ ਦਿੱਤਾ ਗਿਆ, ਬੰਦੇ ਨੂੰ ਲਖਵੀਰ ਨੂੰ ਮਾਰ ਦਿੱਤਾ ਗਿਆ, ਕਈ ਪੱਤਰਕਾਰਾਂ ਨੇ ਉੱਥੇ ਫੋਨ ਕੀਤੇ ਦਿੱਲੀ ਬਾਰਡਰ ਤੇ, ਉਹਨਾਂ ਨੇ ਪੁੱਛਿਆ ਕਿ ਭਾਈ ਆਖਰ ਤੁਹਾਡੇ ਇੱਥੇ ਹੋਇਆ ਕੀ ਹੈ, ਤੇ ਅੱਗੇ ਜਵਾਬ ਆਇਆ ਜੀ ਕੁਝ ਨਹੀਂ ਜੀ, ਬੇਅਦਬੀ ਹੋਈ ਸੀ। ਕਾਹਦੀ ਬੇਅਦਬੀ ਹੋਈ ਸੀ? ਪਤਾ ਨਹੀਂ ਜੀ, ਬਸ ਬੇਅਦਬੀ ਹੋਈ ਸੀ। ਸੋ ਇਹ ਵੀ ਜਿਹੜਾ ਹੈ ਸੁਣਨ ਨੂੰ ਆਇਆ ਕਿ ਪਤਾ ਵੀ ਨਹੀਂ ਬੇਅਦਬੀ ਕਿਸ ਚੀਜ਼ ਦੀ ਹੈ। ਸਰਬ ਲੋਕ ਗ੍ਰੰਥ ਹੈ ਜਿਹੜਾ, ਠੀਕ, ਜਿਹੜੇ ਗੁਰੂ ਸਾਹਿਬ ਦੇ ਦਰਬਾਰੀ ਕਵੀ ਸੀ ਨਾ, 52 ਕਵੀ ਸੀ ਗੁਰੂ ਸਾਹਿਬ ਕੋਲੇ, ਪੌਂਟਾ ਸਾਹਿਬ ਜੀ, ਗੁਰੂ ਸਾਹਿਬ ਨੇ ਬੜਾ ਸਾਹਿਤ ਲਿਖਵਾਇਆ ਔਰ ਬੜੀ ਕਿਸਮ ਦਾ ਸਾਹਿਤ ਲਿਖਿਆ ਗਿਆ ਜੀ। ਉਹ ਜਿਹੜੇ ਵਿਦਵਾਨ ਸੀ ਉੱਤੇ, ਉਹ ਅਰਬੀ ਦੇ ਵੀ ਮਾਹਿਰ ਸੀ, ਉਹ ਪਰਸ਼ੀਅਨ ਦੇ ਵੀ ਮਾਹਿਰ ਸੀ ਜੀ, ਉਹਨਾਂ ਨੂੰ ਉਰਦੂ ਜ਼ਬਾਨ ਦੀ ਵੀ ਵਾਕਫੀ ਸੀ, ਔਰ ਦੂਸਰੀ ਗੱਲ ਉਹ ਸੰਸਕ੍ਰਿਤ ਭਾਸ਼ਾ ਦੇ ਵਿਦਵਾਨ ਸੀ, ਬਹੁਤ ਸਾਰੀਆਂ ਜ਼ੁਬਾਨਾਂ ਦੇ ਵਿਦਵਾਨ ਸੀ। ਇਹ ਜਿਹੜਾ ਸਰਬਲੋਕ ਗ੍ਰੰਥ ਹੈ, ਇਹਦੇ ਵਿੱਚ ਦੇਵੀ ਦੇਵਤਿਆਂ ਦੀਆਂ ਲੜਾਈਆਂ ਮੈਂ ਕੱਲ ਵੀ ਦੱਸਿਆ ਸੀ ਜੀ। ਔਰ ਇਹ ਜੇ ਵੇਖਿਆ ਜਾਵੇ ਤਾਂ ਇਹ ਉਹਨਾਂ ਵਿਦਵਾਨਾਂ ਦੀ ਕਲਾਕ੍ਰਿਤ ਹੈ ਜਿਹੜੇ ਗੁਰੂ ਸਾਹਿਬ ਕੋਲ ਉੱਥੇ ਮੌਜੂਦ ਸੀ, ਕਿਉਂਕਿ ਗੁਰੂ ਸਾਹਿਬ ਬੜੀ ਮਤਲਬ ਲਿਬਰਲ ਕਿਸਮ ਦੇ ਸਾਡੇ ਗੁਰੂ ਸਨ। ਉਹ ਚਾਹੁੰਦੇ ਸੀ ਕਿ ਸਾਹਿਤ ਦੀ ਹਰ ਵੰਨਗੀ, ਸਾਹਿਤ ਦਾ ਹਰ ਰੂਪ ਜਿਹੜਾ ਹੈ ਉਹਦੇ ਵਿੱਚ ਇੰਨੀ ਮਤਲਬ ਵਿਦਵਾਨ ਉਹਦੇ ਚ ਯੋਗਦਾਨ ਪਾਉਣ ਕਿ ਉਹ ਲੋਕਾਂ ਤੱਕ ਪਹੁੰਚੇ। ਉਹਨਾਂ ਨੇ ਜਿੰਨੀਆਂ ਇਤਿਹਾਸਿਕ ਕਥਾ ਕਹਾਣੀਆਂ ਸੀ, ਜਿਹੜੇ ਉਹ ਕਵੀ ਸੀ, ਉਹਨਾਂ ਨੂੰ ਮਤਲਬ ਉਹ ਅਧਿਐਨ ਕਰਕੇ ਫਿਰ ਉਹਨਾਂ ਨੂੰ ਗ੍ਰੰਥਾਂ ਵਿੱਚ ਸ਼ਾਮਿਲ ਕੀਤਾ। ਪਰ ਜੇ 10ਵੇਂ ਪਿਤਾ ਨੂੰ ਇਹ ਹੁੰਦਾ ਕਿ ਇਹ ਸਰਬਲੋਕ ਗ੍ਰੰਥ ਵੀ ਹੈ ਇੱਕ ਜਿਹੜਾ ਮੇਰੇ ਕਵੀਆਂ ਨੇ ਰਚਿਆ ਹੈ, ਤਾਂ ਇਹਨੂੰ ਵੀ ਕੋਈ ਮਾਨਤਾ ਦੇਣੀ ਬਣਦੀ ਹੈ। ਤਾਂ ਸੱਚੇ ਪਾਤਸ਼ਾਹ ਨੇ ਜ਼ਰੂਰ ਸਿੱਖਾਂ ਦੇ ਨਾਮ ਫਰਮਾਨ ਜਾਰੀ ਕਰਨਾ ਸੀ ਕਿ ਭਾਈ ਜਦੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਰੋ, ਜਿਸ ਨੂੰ ਮੈਂ ਅੱਜ ਗੁਰਤਾ ਗੱਦੀ ਦੇ ਰਹੇ ਹਾਂ, ਇਹਦੇ ਬਰਾਬਰ 2 ਪੁਸਤਕਾਂ ਹੋਰ ਰੱਖ ਦਿਆ ਕਰੋ, ਨਹੀਂ ਤਾਂ ਇਹ ਸਤਕਾਰ ਅਧੂਰਾ ਹੈ। ਪਰ ਕੁਝ ਨਹੀਂ ਕਿਹਾ ਗਿਆ। ਹੁਣ ਇਹ ਹੈ ਕਿ ਇਹ ਜਿਹੜੀ ਜਥੇਬੰਦੀ ਹੈ, ਇਹਨਾਂ ਨੂੰ ਇਹ ਸਵਾਲ ਜੇ ਮੈਂ ਕਰਾਂ, ਮੈਂ ਗੱਲ ਦਾਅਵੇ ਨਾਲ ਕਹਿ ਸਕਦਾ ਕਿ ਇਹਨਾਂ ਦਾ ਜਿਹੜਾ ਮਰਜ਼ੀ ਕੋਈ 96 ਕਰੋੜੀ 97 ਕਰੋੜੀ 98 ਕਰੋੜੀ ਹੋਵੇ ਪ੍ਰਮੁੱਖ ਇਹਨਾਂ ਦਾ, ਉਹ ਇਸ ਗ੍ਰੰਥ ਦਾ ਉਚਾਰਨ ਨਹੀਂ ਕਰ ਸਕਦਾ, ਕਿਉਂਕਿ ਉਸ ਨੂੰ ਪਹਿਲਾਂ ਅਰਬੀ ਦਾ, ਫਾਰਸੀ ਦਾ, ਸੰਸਕ੍ਰਿਤ ਦਾ ਵਿਦਵਾਨ ਹੋਣਾ ਪਵੇਗਾ। ਉਹ 4 ਸ਼ਬਦ ਨਹੀਂ ਬੋਲ ਸਕੇਗਾ ਜੀ। ਬਿਲਕੁਲ ਜੀ। ਇਹ ਹੋਰ ਤਾਂ ਹੋਰ, ਇਹ 10ਵੇਂ ਪਾਤਸ਼ਾਹ ਦਾ
ਜਿਹੜਾ ਔਰੰਗਜ਼ੇਬ ਆਲਮਗੀਰ ਨੂੰ ਲਿਖਿਆ ਜ਼ਫਰਨਾਮਾ ਉਹੀ ਨਹੀਂ ਉਚਾਰ ਸਕਦੇ। ਸ਼ੀਤਲ ਜੀ, ਕਈ ਅਹਿਮਕ ਮੂਰਖ ਜਿਹੜੇ ਨੇ ਸੋਸ਼ਲ ਮੀਡੀਆ ਤੇ ਤੁਹਾਨੂੰ ਪਤਾ ਹੈ ਨਾ ਇੱਧਰ ਉੱਧਰ ਦੀਆਂ ਗੱਲਾਂ ਕਰਦੇ ਰਹਿੰਦੇ ਨੇ ਜੀ। ਉਹ ਦੇਖੋ ਤੁਸੀਂ ਉਹਨਾਂ ਦੀ ਅਕਲ ਦਾ ਜਨਾਜ਼ਾ ਕਿਵੇਂ ਨਿਕਲਿਆ ਹੈ ਕਿ ਉਹ ਇਹਨਾਂ ਨੂੰ ਜਿਨ੍ਹਾਂ ਨੇ ਇੱਕ ਨਿਹੱਥੇ ਬੰਦੇ ਦੇ ਅੰਗ ਵੱਢੇ ਉਸ ਨੂੰ ਉਹ ਮੱਸਾ ਰੰਗੜ ਦੇ ਨਾਲ ਕੰਪੇਅਰ ਕਰ ਰਹੇ ਆ, ਔਰ ਜਿਨ੍ਹਾਂ ਨੇ ਵੱਢੇ ਨੇ ਉਹਨਾਂ ਨੂੰ ਸੁੱਖਾ ਸਿੰਘ ਤੇ ਮਹਤਾਬ ਸਿੰਘ ਨਾਲ ਤਸ਼ਬੀਹ ਦੇ ਰਹੇ ਨੇ। ਇਹਨਾਂ ਨੂੰ ਇਹ ਨਹੀਂ ਪਤਾ ਕਿ ਜਦੋਂ ਸ਼੍ਰੀ ਹਰਮੰਦਰ ਸਾਹਿਬ ਤੇ ਫੌਜੀ ਹਮਲਾ ਹੋਇਆ ਉਦੋਂ ਇਹ ਜਿਹੜੇ ਆਪਣੇ ਆਪ ਨੂੰ ਸੁੱਖਾ ਸਿੰਘ ਮਹਤਾਬ ਸਿੰਘ ਸਮਝਦੇ ਸੀਗੇ, ਇਹ ਉਦੋਂ ਕਿਹੜੀਆਂ ਖੁੱਡਾਂ 'ਚ ਬੜੇ ਹੋਏ ਸਨ, ਉਦੋਂ ਕੋਈ ਨਹੀਂ ਲੱਭਿਆ। ਤੋ ਇਸ ਕਰਕੇ ਇਹ ਸਾਰਾ ਕੁਝ ਜਿਹੜਾ ਹੈ ਇਹ ਇੱਕ ਬਹੁਤ ਵੱਡੀ ਸਾਜ਼ਿਸ਼ ਹੈ, ਔਰ ਸਿੱਖਾਂ ਨੂੰ ਇਹ ਗੱਲ ਸਮਝ ਲੈਣੀ ਚਾਹੀਦੀ ਹੈ ਕਿ ਇਹਦਾ ਮੂਲ ਮਨੋਰਥ ਸੰਯੁਕਤ ਕਿਸਾਨ ਮੋਰਚੇ ਵੱਲੋਂ ਵਿੱਢੇ ਇਸ ਇਤਿਹਾਸਕ ਕਿਸਾਨ ਅੰਦੋਲਨ ਨੂੰ ਸਾਬੋਤਾਜ ਕਰਨ ਵਾਸਤੇ ਹੈ, ਔਰ ਦੁਨੀਆ ਭਰ ਵਿੱਚ ਸਿੱਖਾਂ ਨੂੰ ਇੱਕ ਤਰ੍ਹਾਂ ਨਾਲ ਜਰਾਇਮ ਪੇਸ਼ਾ ਕੌਮ ਜਿਹੜੀ ਹੈ ਉਹ ਕਹਿ ਕੇ ਭੰਡਣਾ, ਮਤਲਬ ਉਸ ਤਰ੍ਹਾਂ ਦਾ ਹਾਲਤ ਪੈਦਾ ਕਰਨੀ, ਇਹ ਸਾਜ਼ਿਸ਼ ਦਾ ਹਿੱਸਾ ਹੈ। ਸੋ ਸਰ, ਇਸੇ ਹੀ ਮੁੱਦੇ ਦੀ ਦੂਸਰੀ ਤਸਵੀਰ ਵੱਲ ਆਉਂਦੇ ਆ। ਜਦੋਂ ਇਹ ਸਿੰਘੂ ਬਾਰਡਰ ਦੇ ਉੱਤੇ ਸਾਰਾ ਘਟਨਾ ਵਾਪਰੀ, ਹੁਣ ਦੇਖੋ ਉੱਥੇ ਤਾਂ ਕਿਸਾਨ 1 ਸਾਲ ਤੋਂ ਬੈਠੇ ਹੋਏ ਨੇ ਡੇਰਾ ਲਗਾ ਕੇ, ਹੈ ਨਾ ਜੀ, ਆਪਣੀਆਂ ਮੰਗਾਂ ਲਈ ਉਹ ਜਿਹੜੀ ਵੀ ਜਹਿਦ ਕਰ ਰਹੇ ਨੇ। ਸੋ ਉਹਨਾਂ ਦੀ ਥਾਂ ਦੇ ਉੱਤੇ ਜੇ ਇਹੋ ਜਿਹੀ ਕੋਈ ਘਟਨਾ ਵਾਪਰ ਜਾਏ, ਆਖਰਕਾਰ ਕਿਤੇ ਨਾ ਕਿਤੇ ਤਾਂ ਜ਼ਿੰਮੇਵਾਰੀ ਕਿਸਾਨ ਅੰਦੋਲਨ ਦੀ ਬਣੀ ਜਾਂਦੀ ਹੈ। ਹੁਣ ਕਿਸਾਨ ਆਗੂ ਨੇ ਜਿਹੜੇ ਉਹ ਜਥੇਬੰਦੀ ਵਾਲੇ ਕਹਿੰਦੇ ਪਏ ਨੇ ਕਿ ਭਾਈ ਇਹ ਜਿਹੜੇ ਨਿਹੰਗਾਂ ਨੇ ਇੱਥੇ ਘਟਨਾਕ੍ਰਮ ਕੀਤਾ ਇਹ ਬੜੀ ਮਾੜੀ ਗੱਲ ਹੈ, ਦੁਖਦਾਇਕ ਹੈ, ਨਿੰਦਣਯੋਗ ਹੈ। ਇਹ ਜਿਹੜਾ ਨਿਹੰਗਾਂ ਨੇ ਕਾਨੂੰਨ ਆਪਣੇ ਹੱਥ 'ਚ ਲਿਆ ਇਹ ਗਲਤ ਲਿਆ। ਇਹਨਾਂ ਨੂੰ ਕਾਨੂੰਨ ਤੇ ਭਰੋਸਾ ਰੱਖਣਾ ਚਾਹੀਦਾ ਸੀ, ਉਸ ਬੰਦੇ ਨੂੰ ਫੜਨਾ ਚਾਹੀਦਾ ਸੀ, ਉਸ ਬੰਦੇ ਨੂੰ ਪੁੱਛ ਪੜਤਾਲ ਕਰਨੀ ਚਾਹੀਦੀ ਸੀ, ਉਸ ਬੰਦੇ ਨੂੰ ਪੁਲਿਸ ਦੇ ਹਵਾਲੇ ਕਰਨਾ ਚਾਹੀਦਾ ਸੀ, ਜਿਹੜਾ ਕਿ ਨਿਹੰਗਾਂ ਨੇ ਸਭ ਨਹੀਂ ਕੀਤਾ। ਸੋ ਕਿਸਾਨ ਆਗੂਆਂ ਨੇ ਪੂਰੀ ਤਰ੍ਹਾਂ ਇਹਨੂੰ ਨਿੰਦਣਯੋਗ ਗੱਲ ਕਹੀ ਹੈ। ਨਾਲ ਹੀ ਨਾਲ ਉਹਨਾਂ ਨੇ ਕਾਨੂੰਨ ਦੀ ਗੱਲ ਕੀਤੀ ਹੈ ਕਿ ਕਾਨੂੰਨ ਤੇ ਭਰੋਸਾ ਨਿਹੰਗਾਂ ਨੂੰ ਕਰਨਾ ਚਾਹੀਦਾ ਹੈ। ਜੇਕਰ ਬੇਅਦਬੀ ਬਾਰ-ਬਾਰ ਹੋ ਰਹੀ ਹੈ ਗੁਰੂ ਸਾਹਿਬਾਨ ਦੀ, ਤੇ ਉਹਦੇ ਉੱਤੇ ਜਿਹੜਾ ਹੈ ਦੇਸ਼ ਦਾ ਜਿਹੜਾ ਅਦਾਲਤ ਹੈ ਉਹਦੇ ਉੱਤੇ ਭਰੋਸਾ ਕਰਨਾ ਚਾਹੀਦਾ ਕਿ ਉਹ ਕੋਈ ਨਾ ਕੋਈ ਇਹਦੇ ਤੇ ਜਿਹੜੀ ਹੈ ਐਕਸ਼ਨ ਲਊਗੀ। ਹੁਣ ਇਹਦੇ ਜਵਾਬ ਦੇ ਵਿੱਚ ਕੀ ਹੋਇਆ? ਇਹਦੇ ਜਵਾਬ ਦੇ ਵਿੱਚ ਜਿਹੜੇ ਨਿਹੰਗਾਂ ਦੇ ਚੀਫ ਨੇ ਉਹਨਾਂ ਨੇ ਇੱਕ ਪ੍ਰੈਸ ਕਾਨਫਰੰਸ ਬੁਲਾਈ। ਉਹਨਾਂ ਨੇ ਪ੍ਰੈਸ ਕਾਨਫਰੰਸ ਦੇ ਵਿੱਚ ਸਿੱਧਾ ਤੋਂ ਸਿੱਧਾ ਨਿਸ਼ਾਨਾ ਕਿਸਾਨ ਜਥੇਬੰਦੀਆਂ ਤੇ ਵਿੰਨਿਆ, ਇਹ ਕਹਿੰਦੇ ਹੋਏ ਕਿ ਤੁਸੀਂ ਸਾਨੂੰ ਇਹ ਕਹਿੰਦੇ ਪਏ ਹੋ ਕਿ ਅਸੀਂ ਕਾਨੂੰਨ ਦੇ ਉੱਤੇ ਭਰੋਸਾ ਕਰੀਏ, ਤੇ ਤੁਸੀਂ ਕਿਉਂ ਨਹੀਂ ਕਾਨੂੰਨ ਤੇ ਭਰੋਸਾ ਕਰਦੇ? ਤੁਸੀਂ ਕਿਉਂ 1 ਸਾਲ ਤੋਂ ਸੜਕਾਂ ਘੇਰ ਕੇ ਬੈਠੇ ਹੋ? ਤੁਸੀਂ ਕਿਉਂ ਲੋਕਾਂ ਦੀ ਆਵਾਜਾਈ ਬੰਦ ਕੀਤੀ ਹੋਈ ਹੈ? ਤੁਸੀਂ ਕਿਉਂ ਤੀਜੇ ਦਿਨ ਟ੍ਰੇਨਾਂ ਬੰਦ ਕਰ ਦਿੰਦੇ ਹੋ, ਜਿਹੜਾ ਜਾਮ ਕਰ ਦਿੰਦੇ ਹੋ, ਹੈਨਾ? ਸੋ ਇਹਦੇ ਬਾਰੇ ਤੁਸੀਂ ਕੀ ਕਹੋਗੇ? ਕਿਉਂਕਿ ਉਹ ਕਹਿੰਦੇ ਕਿ ਜੇਕਰ ਤੁਸੀਂ ਕਾਨੂੰਨ ਤੇ ਨਹੀਂ ਭਰੋਸਾ ਕਰਦੇ ਤਾਂ ਅਸੀਂ ਕਿਉਂ ਕਾਨੂੰਨ ਤੇ ਭਰੋਸਾ ਕਰੀਏ? ਦੇਖੋ, ਗੱਲ ਬੜੀ ਸਿੱਧੀ ਹੈ। ਇੱਕ ਨਿਹੰਗ ਜਥੇਬੰਦੀ ਦੇ ਮੁਖੀ ਵੱਲੋਂ ਇਹ ਗੱਲ ਕਹਿਣੀ, ਜੇ ਇਹ ਗੱਲ ਮਤਲਬ ਬਿਲਕੁਲ ਇਮਾਨਦਾਰੀ ਨਾਲ ਕਹਿ ਰਹੇ ਨੇ ਕਿ ਭਾਈ ਤੁਸੀਂ ਸੜਕਾਂ ਰੋਕ ਕੇ ਬੈਠੇ ਹੋ, ਜਦੋਂ ਕਿ ਸੁਪਰੀਮ ਕੋਰਟ ਨੇ ਤੁਹਾਨੂੰ ਬਿਲਕੁਲ ਕਲੀਅਰ ਕਰਤਾ ਹੈ ਕਿ ਜਦੋਂ ਇਹ ਤਿੰਨੇ ਕਾਨੂੰਨ ਅਸੀਂ ਸਟੇ ਦਿੱਤਾ ਹੋਇਆ ਇਹਨਾਂ ਦੇ, ਤਾਂ ਤੁਸੀਂ ਫਿਰ ਸ਼ਹਿਰ ਦੀ ਸੰਘੀ ਘੁੱਟਣ ਕਿਉਂ ਲੱਗੇ ਹੋ? ਤੁਸੀਂ ਕਿਉਂ ਰਸਤਾ ਰੋਕ ਕੇ ਬੈਠੇ ਹੋ? ਔਰ ਇਹਦੇ ਤੇ ਸਰਕਾਰ ਦੀ ਉਹਨਾਂ ਨੇ ਜਵਾਬ ਤਲਬੀ ਕੀਤੀ ਹੈ। ਪਰ ਇਹੀ ਸੁਪਰੀਮ ਕੋਰਟ ਆ ਜਿਹੜੀ, ਇਹ ਤਾਂ ਪਹਿਲਾਂ ਜਸਟਿਸ ਬੋਬੜੇ ਹੋਰੇ ਜਦੋਂ ਹੁੰਦੇ ਸੀਗੇ, ਉਸ ਵੇਲੇ ਉਹਨਾਂ ਨੇ ਕਿਹਾ ਸੀਗਾ ਕਿ ਅੰਦੋਲਨ, ਸ਼ਾਂਤਮਈ ਅੰਦੋਲਨ ਕਰਨਾ, ਮੁਜ਼ਾਹਰਾ ਕਰਨਾ, ਇਹ ਹਰ ਇੱਕ ਨਾਗਰਿਕ ਦਾ ਸੰਵਿਧਾਨਕ ਹੱਕ ਹੈ। ਠੀਕ, ਇਹ ਜਿਹੜੇ ਨਿਹੰਗ ਨੇ ਇਹ ਹੁਣ ਕਹਿ ਰਹੇ ਨੇ ਕਿ ਤੁਸੀਂ ਉਹਨਾਂ ਦੀ ਗੱਲ ਤੇ ਅਮਲ ਕਰੋ। ਸੁਪਰੀਮ ਕੋਰਟ ਦੀ ਗੱਲ ਤੇ ਤੁਹਾਨੂੰ ਯਕੀਨ ਨਹੀਂ, ਤੁਹਾਨੂੰ ਕਾਨੂੰਨ ਤੇ ਵਿਸ਼ਵਾਸ ਨਹੀਂ। ਇਹ ਜਿਹੜਾ ਤਰਕ ਹੈ ਦੇ ਰਹੇ, ਤਾਂ ਭਲਿਓ ਤੁਸੀਂ ਕੀ ਆਪਣੇ ਆਪ ਨੂੰ ਕਿਸਾਨਾਂ ਤੋਂ ਵੱਖ ਸਮਝਦੇ ਹੋ? ਇੱਕ ਪਾਸੇ ਤਾਂ ਤੁਸੀਂ ਇਹ ਗੱਲ ਕਹਿੰਦੇ ਹੋ ਕਿ ਨਹੀਂ ਜੀ ਅਸੀਂ ਕਿਸਾਨਾਂ ਦੇ ਵਾਸਤੇ ਹੀ ਆਏ ਆ ਇੱਥੇ ਜੀ, ਤੇ ਅਸੀਂ ਇਹਨਾਂ ਤੋਂ ਵੱਖ ਨਹੀਂ ਹਾਂ। ਤਾਂ ਹੁਣ ਜਿਹੜੀ ਤੁਸੀਂ ਇਹ ਗੱਲ ਕਰ ਰਹੇ ਨੇ, ਇਹਦਾ ਮਤਲਬ ਇਹ ਹੈ ਕਿ ਇਸ ਮੁਖੀ ਜਿਹੜਾ ਨਿਹੰਗਾਂ ਦਾ ਤੇ ਨਿਹੰਗ ਜਥੇਬੰਦੀਆਂ ਇਹ ਸਰਕਾਰ ਨਾਲ ਮਿਲ ਗਈਆਂ ਨੇ, ਔਰ ਸਰਕਾਰ ਨੇ ਇਹਨਾਂ ਨੂੰ ਕਿਹਾ ਕਿ ਕੋਈ ਐਸਾ ਅਡੰਬਰ ਰਚੋ, ਕੋਈ ਐਸਾ ਢਕੌਂਸਲਾ ਢਕਵਾਂਜ ਰਚੋ ਜਿਹਦੇ ਨਾਲ ਇਹ ਸਾਰਾ ਕੁਝ ਜਿਹੜਾ ਉਹ ਤਹਿਸ ਨਹਿਸ ਹੋ ਜਾਏ। ਕਿਉਂਕਿ ਖੇਤੀਬਾੜੀ ਮੰਤਰੀ ਦੇ ਨਾਲ ਜਾਂ ਖੇਤੀਬਾੜੀ ਰਾਜ ਮੰਤਰੀ ਨਾਲ ਜਾਂ ਇੱਕ ਬਦਨਾਮ ਕਿਸਮ ਦੇ ਬੰਦੇ ਨਾਲ ਇੱਕ ਨਿਹੰਗ ਮੁਖੀ ਦੀ ਜਿਹਨੇ ਕੱਲ ਵੀ ਪ੍ਰੈਸ ਵਾਰਤਾ ਕੀਤੀ ਹੈ, ਪਹਿਲਾਂ ਵੀ ਕੀਤੀ ਹੈ, ਉਹਦੀ ਤਸਵੀਰ ਜਿਹਦੀ ਬਾਬਾ ਅਮਨ ਸਿੰਘ ਜੀ ਦੀ ਤੁਸੀਂ ਗੱਲ ਕਰਦੇ ਹੋ, ਤਾਂ ਉੱਥੋਂ ਸਾਫ਼ ਜ਼ਾਹਿਰ ਹੈ ਕਿ ਨਿਹੰਗਾਂ ਨੂੰ ਪੱਟਿਆ ਗਿਆ, ਔਰ ਉਹ ਵਿਅਕਤੀ ਜਿਹੜਾ ਮਾਰਿਆ ਗਿਆ ਉਸ ਨੂੰ ਸ਼ਾਇਦ ਇਸ ਗੱਲ ਦਾ ਇਲਮ ਹੀ ਨਹੀਂ ਹੋਣਾ ਕਿ ਵਾਪਰਨਾ ਕੀ ਹੈ। ਉਸ ਨੂੰ
ਇੱਕ ਮੋਹਰਾ ਬਣਾ ਕੇ ਵਰਤਿਆ ਗਿਆ ਔਰ ਨਿਹੰਗਾਂ ਨੂੰ ਇਹ ਕਹਿ ਦਿੱਤਾ ਗਿਆ ਕਿ ਉਹਨੂੰ ਫੌਰਨ ਮਾਰ ਦਿਓ ਇਸ ਤੋਂ ਪਹਿਲਾਂ ਕਿ ਉਹ ਕੁਝ ਦੱਸੇ ਜੀ, ਕਿ ਉਹ ਆਪਣੀ ਜ਼ਬਾਨ ਖੋਲੇ ਔਰ ਉਹ ਤੜਫ ਕੇ ਮਰ ਗਿਆ, ਉਹਨੂੰ ਮਾਰ ਦਿੱਤਾ ਗਿਆ। ਨਿਹੰਗਾਂ ਕੋਲੇ ਕਿਸੇ ਨਿਹੰਗ ਕੋਲੇ ਇਸ ਗੱਲ ਦਾ ਜਵਾਬ ਨਹੀਂ ਕਿ ਉਹਨੂੰ ਕਤਲ ਕਿਉਂ ਕੀਤਾ ਗਿਆ, ਉਹਨੂੰ ਪੁੱਛਿਆ ਕਿਉਂ ਨਾ ਗਿਆ, ਇਸ ਗੱਲ ਦਾ ਤਾਂ ਕੋਈ ਜਵਾਬ ਹੀ ਨਹੀਂ ਇਹਨਾਂ ਦੇ। ਤੋਂ ਇਸ ਤੋਂ ਸਾਫ਼ ਜ਼ਾਹਿਰ ਹੈ ਕਿ ਨਿਹੰਗ ਕਿਸਾਨ ਮੋਰਚੇ ਨੂੰ ਸਾਬੋਤਾਜ ਕਰਨ ਦੀ ਸਾਜ਼ਿਸ਼ ਵਿੱਚ ਪੂਰੀ ਤਰ੍ਹਾਂ ਸ਼ਰੀਕ ਨੇ, ਫਾਸੀ ਚੁੱਕੇ ਨੇ ਪੂਰੀ ਤਰ੍ਹਾਂ। ਇੱਕ ਤਰ੍ਹਾਂ ਇਹ ਉਹਨਾਂ ਦੇ ਅਡੰਬਰ ਦੇ ਵਿੱਚ ਜਿਹੜੇ ਨੇ ਪੂਰੀ ਤਰ੍ਹਾਂ ਉਲਝ ਚੁੱਕੇ ਨੇ ਤੇ ਉਹ ਸਰਕਾਰਾਂ ਦੇ ਮਗਰ ਲੱਗ ਕੇ ਇਹਨਾਂ ਨੇ ਪੂਰਾ ਦਾ ਪੂਰਾ ਇੱਕ ਕਹਿ ਲੋ ਕਿ ਇਹ ਇੱਕ ਪਲੈਨਿੰਗ ਹੈ ਜਿਹੜੀ ਹੈ ਉਹ ਰਚ ਦਿੱਤੀ ਹੈ। ਸੋ ਆਨੇ ਅਗਲੇ ਵਿਸ਼ੇ ਦੇ ਉੱਤੇ। ਅਗਲਾ ਵਿਸ਼ਾ ਸਾਡਾ ਦੂਸਰੀ ਸਟੇਟ ਵੱਲ ਅੱਜ ਅਸੀਂ ਝਾਤੀ ਮਾਰਾਂਗੇ ਸਰ, ਕਿਉਂਕਿ ਬੜੀ ਹੀ ਦੁਖਦਾਇਕ ਖਬਰ ਜਿਹੜੀ ਹੈ ਸਾਨੂੰ ਜੰਮੂ ਕਸ਼ਮੀਰ ਤੋਂ ਆਈ। ਦੇਖੋ, ਹਰ ਇੱਕ ਰਾਜ ਦੇ ਵਿੱਚ ਪ੍ਰਵਾਸੀ ਜਿਹੜੇ ਨੇ ਵਾਸ ਕਰਦੇ ਨੇ, ਚਾਹੇ ਉਹ ਮੁੱਖ ਜਿਹੜਾ ਉਹਨਾਂ ਦਾ ਮਕਸਦ ਹੁੰਦਾ ਦੂਜੀ ਰਾਜ ਵਿੱਚ ਜਾ ਕੇ ਉਹ ਹੁੰਦਾ ਸਿਰਫ ਰੋਜ਼ਗਾਰ, ਕੰਮਕਾਜ। ਗਰੀਬ ਬੰਦਾ ਜਾਂਦਾ ਪਲਾਇਨ ਕਰਦਾ ਜੀ। ਸੋ ਚਾਹੇ ਉੱਥੇ ਜਾ ਕੇ ਰੇੜੀਆਂ ਲਗਾਉਣ, ਚਾਹੇ ਕੱਪੜੇ ਦੀਆਂ ਦੁਕਾਨਾਂ 'ਚ ਕੰਮ ਕਰਨ, ਚਾਹੇ ਫੈਕਟਰੀਆਂ 'ਚ ਕਰਨ, ਹਰ ਇੱਕ ਨੂੰ ਹੁੰਦਾ ਹੈ ਕਿ ਮੈਂ ਆਪਣੇ ਰੋਜ਼ਗਾਰ ਦੇ ਲਈ ਦੂਜੇ ਰਾਜ ਦੇ ਵਿੱਚ ਜਿਹੜਾ ਹੈ ਕੰਮ ਕਰ ਲਈ ਪਹੁੰਚਾਂ। ਸੋ ਖਬਰ ਆ ਰਹੀ ਕਿ ਜੰਮੂ ਦੇ ਵਿੱਚ ਜਿੰਨੇ ਵੀ ਪ੍ਰਵਾਸੀ ਸੀਗੇ ਸਾਡੇ ਮਜ਼ਦੂਰ ਸ਼੍ਰੀਨਗਰ ਦੇ ਵਿੱਚ ਜਿੰਨੇ ਵੀ ਸੀ ਉਹ ਵਾਪਸ ਕੱਲ ਤੋਂ ਆ ਰਹੇ ਨੇ। ਇਹਦੇ ਵਿੱਚ ਕੀ ਕਾਰਨ ਹੈ? ਇਹਦੇ ਵਿੱਚ ਕਾਰਨ ਦੇਖੋ, ਇਹ ਇਤਿਹਾਸਿਕ ਵੀ ਹੈ। ਉਹਦਾ ਜੇ ਸ਼ੁਰੂਆਤ ਕਰੀਏ ਆਪਾਂ ਤਾਂ ਜੰਮੂ ਕਸ਼ਮੀਰ ਨੂੰ ਧਾਰਾ 370 ਜਿਹੜੀ ਵਿਸ਼ੇਸ਼ ਰਾਜ ਦਾ ਦਰਜਾ ਦਿੰਦੀ ਸੀ, ਧਾਰਾ 35 ਹੈ ਜਿੱਥੇ ਕਿ ਜਿਹਦੇ ਸੰਬੰਧ ਵਿੱਚ ਇਹ ਹੈ ਕਿ ਉੱਥੇ ਕੋਈ ਵੀ ਵਿਅਕਤੀ ਜਿਹੜਾ ਬਾਹਰੋਂ ਜਾ ਕੇ ਜ਼ਮੀਨ ਨਹੀਂ ਖਰੀਦ ਸਕਦਾ ਸੀ। ਤੇ ਇਹ ਦੋਨੇ ਧਾਰਾਵਾਂ ਖਤਮ ਕਰਕੇ ਜੰਮੂ ਕਸ਼ਮੀਰ ਨੂੰ 2 ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਵੰਡ ਦਿੱਤਾ ਗਿਆ ਔਰ ਤਰਕ ਇਹ ਦਿੱਤਾ ਗਿਆ, ਜਿਹੜੀ ਕਿ ਭਾਰਤੀ ਜਨਤਾ ਪਾਰਟੀ ਦੇ ਮੈਨੀਫੈਸਟੋ ਵਿੱਚ ਬਹੁਤ ਪਹਿਲਾਂ ਤੋਂ ਇਹ ਵਾਅਦਾ ਲੋਕਾਂ ਨਾਲ ਕੀਤਾ ਗਿਆ ਸੀ ਕਿ ਜਦੋਂ ਸਾਡੇ ਕੋਲੇ ਤਾਕਤ ਆਈ ਕਦੇ ਤਾਂ ਅਸੀਂ ਇਸ ਦੀ ਜਿਹੜੀ ਵਿਸ਼ੇਸ਼ ਦਰਜਾ ਦੇਣ ਵਾਲੀ ਧਾਰਾ ਹੈ ਸੰਵਿਧਾਨਕ, ਉਹਨੂੰ ਖਤਮ ਕਰਾਂਗੇ। ਉਹਨੂੰ ਲੈ ਕੇ ਵੀ ਬੜਾ ਵਿਵਾਦ ਹੋਇਆ ਕਿ ਜਿਹੜਾ ਅਹਿਦ ਇਤਿਹਾਸਿਕ ਹੈ ਔਰ ਸੰਵਿਧਾਨਕ ਹੈ ਉਸ ਨੂੰ ਤੁਸੀਂ ਕਿਵੇਂ ਖਤਮ ਕਰ ਸਕਦੇ ਹੋ। ਉਹ ਬਹਿਸ ਅੱਜ ਵੀ ਜਾਰੀ ਹੈ। ਉਸ ਤੋਂ ਬਾਅਦ ਇਹ ਹੋ ਗਿਆ, ਤੁਸੀਂ ਸੁਣਿਆ ਹੋਣਾ ਕਿ ਜਦੋਂ ਇਹ ਧਾਰਾ ਖਤਮ ਕਰ ਦਿੱਤੀ ਗਈ 370 ਔਰ ਧਾਰਾ 35A ਤਾਂ 2 ਹਿੱਸੇ ਹੋ ਗਏ ਜੰਮੂ ਕਸ਼ਮੀਰ ਦੇ। ਲੋਕਾਂ 'ਚ ਵੀ ਬੜੀ ਰਿਜ਼ੈਂਟਮੈਂਟ ਹੋਈ। ਉੱਥੇ ਸਿਆਸੀ ਪਾਰਟੀਆਂ ਨੇ ਇਸ ਨੂੰ ਸਿਰੇ ਤੋਂ ਨਕਾਰਤਾ ਕਿ ਅਸੀਂ ਇਸ ਨੂੰ ਨਹੀਂ ਮੰਨਦੇ ਔਰ ਇਹਦਾ ਜਿਹੜਾ ਮੂਲ ਦਰਜਾ ਹੈ ਉਹ ਬਹਾਲ ਹੋਣਾ ਚਾਹੀਦਾ। ਉਹ ਜੰਗ ਅਜੇ ਵੀ ਜਾਰੀ ਹੈ। ਤਾਂ ਹੁਣ ਇਹ ਹੈ, ਦੇਖੋ, ਜਦੋਂ ਇਹ ਐਲਾਨ ਹੋਇਆ ਸੀ ਉਦੋਂ ਜਿਹੜੇ ਅੰਧ ਭਗਤ ਸੀ ਉਹ ਕਹਿੰਦੇ ਸੀ ਅਸੀਂ ਹੁਣ ਕਸ਼ਮੀਰ ਨਾਲ ਵਿਆਹ ਕੇ ਲਿਆਵਾਂਗੇ। ਸੁਣਿਆ ਸੀ ਨਾ ਬਿਆਨ ਜੀ। ਔਰ ਉਦੋਂ ਉਹ ਇਹ ਵੀ ਕਹਿੰਦੇ ਸੀ ਕਿ ਹੁਣ ਤਾਂ ਖੁੱਲਾ ਸਾਡੇ ਵਾਸਤੇ, ਅਸੀਂ ਉੱਥੇ ਬਣਾਵਾਂਗੇ ਹੋਟਲ, ਅਸੀਂ ਬਣਾਵਾਂਗੇ ਉੱਥੇ 5 ਤਾਰਾ ਮਤਲਬ ਵੱਡੀਆਂ ਵੱਡੀਆਂ ਬਿਲਡਿੰਗਾਂ। ਤਾਂ ਇਹ ਗੱਲ ਬਹੁਤ ਦੇਰ ਤੱਕ ਚੱਲਦੀ ਰਹੀ। ਤੇ ਮੈਨੂੰ ਕਈ ਵਾਰੀ ਐਂ ਲੱਗਦਾ ਕਿ ਹੁਣ ਸਭ ਤੋਂ ਪਹਿਲਾਂ ਡੰਡਿਆਂ ਵਾਲੇ ਜਨਸੰਘ ਦੇ ਜਿਹੜੀ ਫੌਜ ਹੈ ਉਹ ਸ਼੍ਰੀਨਗਰ ਜਾਏਗੀ ਔਰ ਉੱਥੇ ਜਾ ਕੇ ਉਹ ਘੱਟੋ ਘੱਟ ਨਹੀਂ ਤਾਂ ਰਾਸ਼ਟਰੀ ਸਵੈਮ ਸੇਵਕ ਸੰਘ ਦੇ ਜਿਹੜੇ ਬਹੁਤ ਵੱਡੇ ਜੰਗਜੂ ਹੈ, ਜਾਨਸਾਰ ਹੈ, ਜਿਹੜੇ ਮਨੋਂ ਨਿਕਰਾਂ ਪਾਈਆਂ ਹੁੰਦੀਆਂ, ਡੰਡੇ ਫੜੇ ਹੁੰਦੇ, ਹੁਣ ਤੱਕ ਉਹ ਪੈਂਟਾਂ ਪਾਉਣ ਲੱਗ ਗਏ ਨੇ ਜਾਂ ਮੌਸਮ ਦੀ ਕੋਈ ਗੱਲ ਹੈ ਨਾ, ਤਾਂ ਉਹ ਜਿਹੜੇ ਕਹਿੰਦੇ ਸੀ ਕਿ ਸਾਨੂੰ ਜਰਾ ਬਾਰਡਰ ਤੇ ਅੱਗੇ ਕਰੋ, ਸਾਨੂੰ ਉਹ ਜਦੋਂ ਵੀ ਕੋਈ ਇਸ ਤਰ੍ਹਾਂ ਦੀ ਗੱਲ ਹੁੰਦੀ ਹੈ ਤਾਂ ਉਹ ਕਹਿੰਦੇ ਸਾਨੂੰ ਅੱਗੇ ਕਰੋ। ਤਾਂ ਮੈਨੂੰ ਇਹ ਲੱਗਦਾ ਹੁੰਦਾ ਸੀ ਕਿ ਇਹ ਹੁਣ ਜਾਣਗੇ ਉੱਥੇ ਔਰ ਕਸ਼ਮੀਰ ਨਾਲ ਇਹ ਮਤਲਬ ਦੋਸਤੀਆਂ ਪਾਉਣਗੇ ਔਰ ਮੁਹੱਬਤ ਦਾ ਇੱਕ ਸਿਲਸਿਲਾ ਚੱਲੇਗਾ। ਹਿੰਦੁਸਤਾਨ 'ਚ ਮੁਹੱਬਤ ਦੀ ਇੱਕ ਨਵੀਂ ਆਬੋ ਹਵਾ ਜਿਹੜੀ ਉਹ ਸ਼੍ਰੀਨਗਰ ਤੋਂ ਸ਼ੁਰੂ ਹੋਵੇਗੀ ਔਰ ਫਿਰ ਉਹ ਹਿੰਦੁਸਤਾਨ ਦੇ ਬਾਕੀ ਹਿੱਸਿਆਂ ਚਲੀ ਜਾਵੇਗੀ। ਔਰ ਇਹ ਜਿਹੜੇ ਨੀਕਰਾਂ ਵਾਲੇ ਡੰਡਿਆਂ ਵਾਲੇ ਨੇ ਇਹ ਫਿਰ ਜਦੋਂ ਕਸ਼ਮੀਰ ਨਾਲ ਲੈ ਕੇ ਆਉਣਗੇ ਫੁੱਲਾਂ ਦੇ ਹਾਰ ਪਾ ਕੇ ਇਹਨਾਂ ਦਾ ਸਵਾਗਤ ਕੀਤਾ ਜਾਵੇਗਾ ਔਰ ਦੇਸ਼ ਦੇ ਵਿੱਚ ਇੱਕ ਤਰ੍ਹਾਂ ਦੀ ਇੱਕ ਨਵੀਂ ਤਬਦੀਲੀ ਜਾਂ ਕਹਿ ਲਓ ਇਨਕਲਾਬ ਆ ਜਾਏਗਾ। ਲੇਕਿਨ ਹੋਇਆ ਉੱਥੇ ਫੇਰ ਉਲਟ। ਪਹਿਲੀ ਗੱਲ ਤਾਂ ਇਹ ਹੈ ਕਿ ਜਿਹੜੇ ਪਹਿਲਾਂ ਸਾਡੇ ਬ੍ਰਾਹਮਣ ਲੋਕ ਸੀ ਜਿਹੜੇ ਉਹ ਉੱਥੋਂ ਕੱਢ ਦਿੱਤੇ ਸਨ ਜਦੋਂ ਬਹੁਤ ਜ਼ਿਆਦਾ ਦਹਿਸ਼ਤਗਰਦੀ ਉੱਥੇ ਫੈਲ ਗਈ ਔਰ ਫਿਰ ਉਹ ਦੇਸ਼ ਦੇ ਵੱਖੋ ਵੱਖਰੇ ਸੂਬਿਆਂ 'ਚ ਜਾ ਕੇ ਵਿਚਾਰੇ ਸੈਟਲ ਹੋਏ, ਉਹਨਾਂ ਨੇ ਆਪਣੇ ਕਾਰੋਬਾਰ ਸੈਟਲ ਕੀਤੇ। ਉਹ ਅਜੇ ਤੱਕ ਵੀ ਵਿਸਥਾਪਿਤ ਨੇ, ਮਤਲਬ ਅਜੇ ਤੱਕ ਵੀ ਉਹ ਆਪਣੀ ਜਨਮ ਭੂਮੀ ਨੂੰ ਤਰਸਦੇ ਨੇ, ਜਿਹੜੇ ਆਪਣੇ ਘਰ ਘਾਟ ਛੱਡ ਕੇ ਆਏ ਔਰ ਕਈਆਂ ਦੇ ਘਰ ਘਾਟ ਤਬਾਹ ਹੋ ਗਏ, ਕਈਆਂ ਦੇ ਘਰ ਘਾਟ ਜਬਰਨ ਖਰੀਦ ਲਏ ਗਏ। ਇਸ ਤਰ੍ਹਾਂ ਸਰਕਾਰ ਨੂੰ ਇਹ ਲੱਗਦਾ ਸੀ ਇਹ ਸਾਰਾ ਕੁਝ ਠੀਕ ਹੋ ਜਾਊਗਾ, ਪਰ ਹੋਇਆ ਕੁਝ ਨਹੀਂ। ਕੋਈ ਤਾਂ ਰਾਸ਼ਟਰੀ ਸਵੈਮ ਸੇਵਕ ਸੰਘ ਦਾ ਕੋਈ ਜਾਨਸਾਰ ਉੱਥੇ ਨਾ ਪਹੁੰਚਿਆ ਕਿਸੇ ਕਸ਼ਮੀਰ ਨੂੰ ਵਿਆਹਣ ਵਾਸਤੇ, ਤੇ ਕਿਸੇ ਦੀ ਹਿੰਮਤ ਨਾ ਪਈ ਉੱਥੇ ਜਾਇਦਾਦ ਖਰੀਦਣ ਦੀ। ਔਰ ਹੁਣ ਉਹਨਾਂ ਨੇ ਇੱਕ ਨਵਾਂ ਹੀ ਵਾਅਦਾ ਧਰ ਲਿਆ ਕਿ ਉਹ ਜਿੰਨੇ ਵੀ ਹਿੰਦੁਸਤਾਨੀ ਨਾਗਰਿਕ ਨੇ, ਗੈਰ ਕਸ਼ਮੀਰੀ ਨੇ, ਉਹਨਾਂ ਨੂੰ ਮਾਰ
ਸ਼ੁਰੂ ਕਰਤਾ। ਮਾਰਨਾ 11 ਜਾਣੇ ਮਾਰੇ ਜਾ ਚੁੱਕੇ ਨੇ, ਜਾ ਚੁੱਕੇ ਉਹਦੇ ਵਿੱਚ ਇੱਕ ਸਿੱਖ ਅਧਿਆਪਕਾ ਵੀ ਤੁਹਾਨੂੰ ਪਤਾ ਹੈ ਉੱਥੇ ਮਾਰੀ ਆ। ਔਰ ਜਿੰਨੇ ਵੀ ਮਤਲਬ ਉਹਨਾਂ ਦਾ ਹੁਣ ਇਹ ਹੋ ਗਿਆ। ਅਮਿਤ ਸ਼ਾਹ ਜੀ ਜਿਹੜੇ ਸਾਡੇ ਗ੍ਰਹਿ ਮੰਤਰੀ, ਉਹਨਾਂ ਦਾ ਬੜਾ ਬੋਲਡ ਬਿਆਨ ਆਇਆ। ਉਹ ਕਹਿੰਦੇ ਸੀ ਵੀ ਸਰਜੀਕਲ ਸਟ੍ਰਾਈਕ ਵਾਸਤੇ ਤਿਆਰ ਰਹੋ ਤੇ ਅਸੀਂ ਤੁਹਾਨੂੰ ਸਬਕ ਸਿਖਾਵਾਂਗੇ ਔਰ ਅਸੀਂ ਇਸ ਤਰ੍ਹਾਂ ਦੀ ਦਹਿਸ਼ਤਗਰਦੀ ਆਪਣੇ ਹਿੰਦੁਸਤਾਨ ਦੇ ਕਿਸੇ ਵੀ ਹਿੱਸੇ ਦੇ ਵਿੱਚ ਬਰਦਾਸ਼ਤ ਨਹੀਂ ਕਰਦੇ। ਜੰਮੂ ਕਸ਼ਮੀਰ ਭਾਰਤ ਦਾ ਅਨਿੱਖੜਵਾਂ ਅੰਗ ਹੈ ਔਰ ਇੱਥੇ ਤੁਹਾਡੀ ਕੋਈ ਮੁਦਾਖਲਤ ਜਿਹੜੀ ਉਹ ਸਾਨੂੰ ਮਨਜ਼ੂਰ ਨਹੀਂ ਹੈ। ਲੇਕਿਨ ਗੱਲ ਇਹ ਹੈ ਕਿ ਕਿੰਨੇ ਵਾਰੀ ਤਾਂ ਆਪਾਂ ਜੰਗ ਲੜ ਚੁੱਕੇ ਹਾਂ। 1971 ਦੀ ਜੰਗ ਲੜੀ, 1965 ਦੀ ਜੰਗ ਲੜੀ, ਠੀਕ। ਫਿਰ ਸਰਜੀਕਲ ਸਟ੍ਰਾਈਕਾਂ ਵੀ ਹੋ ਗਈਆਂ। ਅੱਛਾ, ਬਹੁਤ ਵਾਰੀ ਸਾਡੀ ਗੱਲਬਾਤ ਟੁੱਟੀ। ਫਿਰ ਸ਼ਿਮਲਾ ਕਨਵੈਨਸ਼ਨ ਵੀ ਹੋ ਗਈ। ਅਟਲ ਬਿਹਾਰੀ ਵਾਜਪਾਈ ਜੀ ਆਰ ਕੀ ਜਾਂ ਪਾਰ ਕੀ ਲੜਾਈ ਕਰਦੇ ਕਰਦੇ ਬੱਸ ਲੈ ਕੇ ਉਧਰ ਵੀ ਪਹੁੰਚ ਗਏ, ਮੁਹੱਬਤ ਦਾ ਰਿਸ਼ਤਾ ਵੀ ਕਾਇਮ ਹੋ ਗਿਆ। ਮੋਦੀ ਜੀ ਯਕਦਮ ਨਵਾਜ਼ ਸ਼ਰੀਫ ਕੋਲੇ ਚਲੇ ਗਏ, ਹਨਾ। ਹਾਲਾਂਕਿ ਟੂਰ ਦਾ ਪ੍ਰੋਗਰਾਮ ਕੋਈ ਹੋਰ ਸੀਗਾ ਤੇ ਮੋਦੀ ਜੀ ਜਿਹੜੇ ਕਹਿੰਦੇ ਸੀਗੇ ਵੀ ਮਤਲਬ ਦੁਸ਼ਮਣ ਕੋ ਉਸੀ ਕੀ ਭਾਸ਼ਾ ਮੇਂ ਸਬਕ ਸਿਖਾਣਾ ਚਾਹੀਏ, ਉਹ ਅਜੇ ਤੱਕ ਨਹੀਂ ਸਿਖਾਇਆ ਕਿਸੇ ਨੇ। ਮੈਨੂੰ ਲੱਗਦਾ ਹੈ ਕਿ ਸਭ ਤੋਂ ਪਹਿਲਾਂ ਤਾਂ ਸਬਕ ਚੀਨ ਨੂੰ ਸਿਖਾਉਣਾ ਚਾਹੀਦਾ ਉਸੀ ਕੀ ਭਾਸ਼ਾ ਮੇਂ, ਲੇਕਿਨ ਉਸकी ਭਾਸ਼ਾ ਹੀ ਐਸੀ ਹੈ, ਮਤਲਬ ਉਹ ਸਮਝ ਨਹੀਂ ਕਿਸੇ ਦੇ ਆਉਂਦੀ ਹੈ ਨਾ। ਤੇ ਉਹਦੀ ਭਾਸ਼ਾ 'ਚ ਤਾਂ ਉਹਨੂੰ ਸਬਕ ਸਿਖਾਵਾਂਗੇ ਨਾ ਜੇ ਸਾਨੂੰ ਉਹਦੀ ਭਾਸ਼ਾ ਆਉਂਦੀ ਹੋਣੀ ਹੈ। ਤੇ ਸਾਨੂੰ ਤਾਂ ਉਹਦੀ ਭਾਸ਼ਾ ਆਉਂਦੀ ਨਹੀਂ, ਉਹਦੀ ਭਾਸ਼ਾ ਉਹ ਆਪ ਨਹੀਂ ਸਮਝਦੇ। ਦੂਜੀ ਗੱਲ ਇਹ ਹੈ ਕਿ ਜੰਮੂ ਕਸ਼ਮੀਰ ਵਿੱਚ ਹਾਲਾਤ ਬਦ ਤੋਂ ਬਦਤਰ ਹੋ ਗਏ, ਇਹ ਗੱਲ ਮੰਨਣੀ ਪਵੇਗੀ। ਔਰ ਜੇ ਇਹ ਸਿਲਸਿਲਾ ਇਸੇ ਤਰ੍ਹਾਂ ਹੀ ਰਵਾਂ ਰਿਹਾ, ਇਹਦਾ ਮਤਲਬ ਇਹ ਹੈ ਕਿ ਉੱਥੇ ਇੱਕ ਵੀ ਗੈਰ ਕਸ਼ਮੀਰੀ ਨਹੀਂ ਰਹੇਗਾ ਔਰ ਜਿਹੜਾ ਵੀ ਉੱਥੇ ਰਹੇਗਾ ਉਹ ਆਪਣੀ ਜ਼ਿੰਦਗੀ ਮੌਤ ਦਾ ਖੁਦ ਜ਼ਿੰਮੇਦਾਰ ਹੋਏਗਾ। ਸੋ ਇਸੇ ਕਾਰਨ ਸਾਰੇ ਜਿਹੜੇ ਹੈਗੇ ਮਜ਼ਦੂਰ ਚਾਹੇ ਆਪਣਾ ਰੋਜ਼ਗਾਰ ਛੱਡ ਕੇ ਆਣਾ ਪੈ ਰਿਹਾ, ਪਰ ਬੜੀ ਦੁੱਖ ਵਾਲੀ ਗੱਲ ਹੈ ਕਿ ਉਹਨਾਂ ਨੂੰ ਉਹ ਜਗ੍ਹਾ ਛੱਡ ਕੇ ਆਣੀ ਪੈ ਰਹੀ ਜਿੱਥੋਂ ਉਹਨਾਂ ਦੀ ਰੋਜ਼ੀ ਰੋਟੀ ਚੱਲਦੀ ਸੀ। ਪਤਾ ਨਹੀਂ ਹੁਣ ਅੱਗੇ ਜਾ ਕੇ ਉਹਨਾਂ ਨੇ ਕਿੱਥੇ ਆਪਣੀ ਰੋਜ਼ੀ ਰੋਟੀ ਤਲਾਸ਼ਣੀ ਹੈ, ਪਰ ਬਾਰ-ਬਾਰ ਜੇਕਰ ਜੀਵਨ ਦੇ ਵਿੱਚ ਇਨਸਾਨ ਗਿਰ ਕੇ ਉੱਠੂਗਾ ਤੇ ਕਿਸ ਵੇਲੇ ਤਰੱਕੀ ਕਰੂਗਾ। ਦੇਖੋ ਸ਼ੀਤਲ ਜੀ, ਗੱਲ ਇਹ ਹੁੰਦਾ ਕਿ ਰੋਟੀ ਵਾਸਤੇ ਹੀ ਜਿਹੜੀ ਹੈ ਲੋਕ ਪਲਾਇਨ ਕਰਦੇ ਨੇ। ਆਪਾਂ ਇੱਥੇ ਕਹਿ ਤਾਂ ਦਿੰਨੇ ਆ ਕਿ ਜੀ ਪੰਜਾਬ 'ਚ ਬੜੇ ਭਈਏ ਆ ਗਏ, ਪੰਜਾਬ 'ਚ ਬਿਹਾਰੀ ਭਈਏ ਆ ਗਏ, ਤੇ ਉਹ ਅਸੀਂ ਕਿ ਨਹੀਂ ਭਈਏ ਬਣ ਕੇ ਬਾਹਰ ਜਾਂਦੇ। ਕੈਨੇਡਾ 'ਚ ਅਸੀਂ ਵੀ ਭਈਏ ਆ ਉੱਥੇ। ਜੇ ਅਸੀਂ ਘਾਹ ਖੋਤਦੇ ਆ, ਸੜਕਾਂ ਤੇ ਬੈਠੇ ਬੇਰੀਆਂ ਤੋੜਦੇ ਆ, ਤੇ ਅਸੀਂ ਆਪਦੇ ਆਪ ਨੂੰ ਲਾਟੀ ਖਾਨ ਕਿਵੇਂ ਸਮਝ ਲਾਂਗੇ? ਅਸੀਂ ਸਾਰੇ ਕੰਮ ਹੀ ਕਰਦੇ ਆ, ਡਰਾਈਵਰੀ ਕਰਦੇ ਆ, ਟੈਕਸੀਆਂ ਚਲਾਉਂਦੇ ਆ, ਟਾਇਲਟਾਂ ਸਾਫ਼ ਕਰਦੇ ਆ, ਉੱਥੇ ਸਟੋਰਾਂ ਦੇ ਵਿੱਚ ਕੰਮ ਕਰਦੇ ਆ। ਉੱਥੇ ਇਹ ਕਹਿੰਦੇ ਆ ਜੀ, ਹਾਂ, ਉੱਥੇ ਬੰਦਾ ਇਹ ਨਹੀਂ ਕਹਿੰਦਾ ਵੀ ਮੈਂ ਝਾੜੂ ਮਾਰਦਾ, ਉੱਥੇ ਬੜਾ ਅਦਬੀ ਨਾਮ ਦਿੱਤਾ ਵੀ ਇਹ ਬਰੂਮ ਆਪਰੇਟਰ ਹੈ, ਹਨਾ। ਅੱਛਾ, ਟਾਇਲਟ ਸਾਫ਼ ਕਰਨਾ ਉੱਥੇ ਆਮ ਗੱਲ ਆ, ਪੰਜਾਬੀ ਕਰਦੇ ਆ, ਠੇਕੇ ਲੈਂਦੇ ਵੱਡੇ ਉਹਨਾਂ ਜ਼ਿਆਦਾ ਪੰਜਾਬੀ ਹੁੰਦੇ, ਅਨਪੜ੍ਹ ਜਿਹੜੇ ਹੁੰਦੇ ਆ। ਔਰ ਦੂਸਰੀ ਗੱਲ ਇਹ ਹੈ ਕਿ ਤੁਸੀਂ ਸੜਕਾਂ ਤੇ ਤੁਸੀਂ ਦੇਖਿਆ ਹੋਣਾ, ਉਹ ਰੰਗ ਬਿਰੰਗੀਆਂ ਜੈਕਟਾਂ ਜਿਹੜੀਆਂ ਰਾਤ ਨੂੰ ਚਮਕਦੀਆਂ ਨੇ ਜਾਂ ਦਿਨ ਵਿੱਚ ਝਲਕਾਰਾ ਜਾ ਮਾਰਦੀਆਂ ਨੇ, ਉਹ ਪਾ ਕੇ ਉੱਥੇ ਵੱਡੇ ਬਾਬੇ ਆਪਣੇ, ਜਿਨ੍ਹਾਂ ਦੇ ਆਪਣਾ ਪਹਿਲਾਂ ਇੱਥੇ ਹੋਣ ਤਾਂ ਆਪਾਂ ਸਤਿਕਾਰ 'ਚ ਪੈਰੀਂ ਹੱਥ ਲਾਉਂਦੇ ਆ, ਤੇ ਉੱਥੇ ਜਾ ਕੇ ਦੇਖ ਕੇ ਇੰਨਾ ਗੁੱਸਾ ਆਉਂਦਾ ਹੈ ਕਿ ਯਾਰ ਇਹ ਬੰਦੇ ਕਰੀ ਕੀ ਜਾਂਦੇ ਆ। ਇੱਥੇ ਜਦੋਂ ਆਉਂਦੇ ਨੇ ਉਦੋਂ ਮਤਲਬ ਇਹਨਾਂ ਦੇ ਗਲਾਂ ਦੇ ਵਿੱਚ ਨਾ ਵੱਡੀਆਂ ਚੇਨੀਆਂ ਪਾਈਆਂ ਹੁੰਦੀਆਂ ਸੋਨੇ ਦੀਆਂ। ਔਰ ਬੀਬੀਆਂ ਤੁਸੀਂ ਵੇਖਿਆ ਹੋਣਾ ਇੱਥੇ ਬਾਜ਼ਾਰ ਦੇ ਵਿੱਚ ਕਿਵੇਂ ਫਿਰਦੀਆਂ ਹੁੰਦੀਆਂ, ਹਰਲ ਕਰਦੀਆਂ, ਤੇ ਉਹਨਾਂ ਦੇ ਪਰਸਾਂ ਤੋਂ ਪਤਾ ਲੱਗ ਜਾਂਦਾ ਕਿਉਂਕਿ ਉਹਨਾਂ ਨੇ ਉਹ ਟੈਗ ਲਾਹੇ ਨਹੀਂ ਹੁੰਦੇ ਜਿਹੜੇ ਹਵਾਈ ਜਹਾਜ਼ ਵਾਲਿਆਂ ਨੇ ਲਾਹੇ ਹੁੰਦੇ ਆ, ਕਿਉਂਕਿ ਦੱਸਣਾ ਚਾਹੁੰਦੀਆਂ ਨੇ ਕਿ ਅਸੀਂ ਕੋਈ ਆਮ ਥੋੜੀ ਹੈਗੀਆਂ ਹੁਣ। ਸੋ ਸਰ, ਗੱਲ ਕਰਦੇ ਹਾਂ ਹੁਣ ਆਪਣੇ ਪੰਜਾਬ ਦੇ ਰਾਜ ਦੇ ਮੁੱਦੇ ਦੀ, ਜਿਹਦੇ ਵਿੱਚ ਅਸੀਂ ਅਕਸਰ ਆਪਣੇ ਸ਼ੋਅ ਦੇ ਵਿੱਚ ਹਮੇਸ਼ਾ ਗੱਲ ਕਰਦੇ ਹਾਂ ਆਪਣੇ ਨਵਜੋਤ ਸਿੰਘ ਸਿੱਧੂ ਜੀ ਦੀ, ਜਿਨ੍ਹਾਂ ਨੂੰ ਅਸੀਂ ਠੋਕੋ ਤਾਲੀ ਦੇ ਨਾਮ ਨਾਲ ਵੀ ਸਾਰੇ ਜਣੇ ਜਾਣਦੇ ਹਾਂ। ਸੋ ਪੱਤਰਕਾਰਾਂ ਨੇ ਉਹਨਾਂ ਨੂੰ ਫੋਨ ਕਾਲ ਕੀਤੀ, ਉਹਨਾਂ ਨੇ ਫੋਨ ਕਾਲ ਜਿਹੜੀ ਹੈ ਪਿਕ ਨਹੀਂ ਕੀਤੀ। ਉਹਨਾਂ ਦੀ ਵਾਈਫ ਨੇ ਫੋਨ ਚੁੱਕਿਆ। ਹੁਣ ਰੱਬ ਪਰਮਾਤਮਾ ਜਾਣੇ ਕਿ ਉਹਨਾਂ ਨੇ ਚੁਕਵਾਇਆ ਉਹਨਾਂ ਤੋਂ ਹੈ ਜਾਂ ਉਹਨਾਂ ਨੇ ਆਪੇ ਹੀ ਚੁੱਕ ਲਿਆ ਜਾਂ ਘਰ ਨਹੀਂ ਹੋਣਗੇ। ਚਲੋ, ਗੱਲ ਕੀਤੀ ਉਹਨਾਂ ਨੇ ਬਿਜਲੀ ਦੇ ਸਮਝੌਤਿਆਂ ਦੀ, ਜਿਹਨੂੰ ਇਹ ਨਵਜੋਤ ਸਿੰਘ ਸਿੱਧੂ ਜੀ ਛਾਤੀ ਠੋਕ ਕੇ ਕਹਿ ਰਹੇ ਸਨ ਕਿ ਕੈਪਟਨ ਸਰਕਾਰ ਜਿਹੜੀ ਹੈ ਉਸ ਬਿਜਲੀ ਸਮਝੌਤਿਆਂ ਦੇ ਉੱਤੇ ਕੋਈ ਫੈਸਲਾ ਨਹੀਂ ਕਰਦੀ, ਰੱਦ ਕਰੇ ਇਹਨਾਂ ਨੂੰ, ਰੱਦ ਕਰੇ, ਇਹਨਾਂ ਦੇ ਉੱਤੇ ਕੋਈ ਫੈਸਲਾ ਨਹੀਂ ਕਰਦੀ ਪਈ। ਸੋ ਹੁਣ ਉਹਨਾਂ ਨੂੰ ਪੁੱਛਿਆ ਗਿਆ ਕਿ ਬਿਜਲੀ ਸਮਝੌਤਿਆਂ ਦਾ ਕੀ ਬਣਿਆ, ਤੇ ਉਹਨਾਂ ਦੀ ਵੈਸੇ ਘਰ ਵਾਲੀ ਨੇ ਜਵਾਬ ਇਹ ਦਿੱਤਾ ਕਿ ਭਾਈ ਬਿਜਲੀ ਸਮਝੌਤਾ ਤਾਂ ਹੁਣ ਕਾਨੂੰਨ ਦੇ ਵਿਚਾਰ ਅਧੀਨ ਹੈ, ਇਹਦੇ ਉੱਤੇ ਅਸੀਂ ਕੁਝ ਨਹੀਂ ਕਰ ਸਕਦੇ। ਕੋਈ ਲੰਬੀ ਲੜਾਈ ਲੜਨੀ ਪੈ ਸਕਦੀ ਹੈ, ਇਸ ਮੁੱਦੇ ਦੇ, ਇਹ ਮੁੱਦਾ ਸਾਡੇ ਹੱਥ ਵਿੱਚ ਨਹੀਂ ਹੈ। ਇਹਦੇ ਬਾਰੇ ਹੁਣ ਤੁਸੀਂ ਕੀ ਕਹੋਗੇ, ਕਿਉਂਕਿ ਇਹਨਾਂ ਦੇ ਬਾਰ-ਬਾਰ ਜਿਹੜੇ ਬਿਆਨ ਬਦਲ ਜਾਂਦੇ ਨੇ। ਕੈਪਟਨ ਅਮਰਿੰਦਰ ਸਿੰਘ ਜਦੋਂ ਮੁੱਖ ਮੰਤਰੀ ਪੰਜਾਬ ਸੀਗੇ, ਉਹਨਾਂ ਨੇ ਵੀ ਇਹ ਗੱਲ ਕਹੀ ਸੀ ਕਿ ਜਿਹੜੇ ਬਿਜਲੀ ਸਮਝੌਤੇ ਨੇ ਨਾ, ਇਹ ਅਦਾਲਤੀ ਅਹਿਦਨਾਮੇ ਦੇ ਤਹਿਤ ਹੋਏ ਨੇ ਔਰ ਉਸ ਨੂੰ ਤੋੜਨਾ ਬੜਾ ਮੁਸ਼ਕਿਲ ਹੈ, ਕਿਉਂਕਿ ਸਰਕਾਰ ਨੇ ਤੇ ਗੈਰ ਸਰਕਾਰੀ ਬਿਜਲੀ ਕੰਪਨੀਆਂ ਨੇ ਜਿਹੜਾ ਅਹਿਦ ਕੀਤਾ, ਇਕਰਾਰਨਾਮਾ ਜਿਹੜਾ, ਉਹਦੇ ਵਿੱਚ ਅਦਾਲਤੀ ਮੁਦਾਖਲਤ ਹੈ, ਅਦਾਲਤ ਦੀ ਦੇਖ ਰੇਖ 'ਚ ਹੋਇਆ ਔਰ ਉਸ ਅਦਾਲਤ ਦੇ ਪੱਖ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ। ਕਿਉਂਕਿ ਜੇ ਮੈਂ ਅੱਜ ਤੁਹਾਨੂੰ ਕਹਿਣਾ ਵੀ ਆ ਤੁਹਾਡੇ ਤੇ ਮੇਰੇ ਦਰਮਿਆਨ ਸਮਝੌਤਾ ਹੋ ਗਿਆ,
ਇਸ ਮਦ ਦੇ ਉੱਪਰ ਜੇ ਕੋਈ ਨੂੰ ਕੋਈ ਮਿਸਅੰਡਰਸਟੈਂਡਿੰਗ ਹੁੰਦੀ ਹੈ ਤਾਂ ਤੁਸੀਂ ਅਦਾਲਤ ਦਾ ਦਰਵਾਜ਼ਾ ਨਹੀਂ ਖੜਕਾ ਸਕਦੇ। ਔਰ ਜੇ ਤੁਸੀਂ ਮੇਰੇ ਨਾਲ ਕੋਈ 19-21 ਕਰੋਗੇ ਤਾਂ ਤੁਹਾਨੂੰ, ਕਿਉਂਕਿ ਇਹ ਅਹਿਦਨਾਮਾ ਅਦਾਲਤ ਦੇ ਜ਼ੇਰੇ ਗੌਰ ਰਿਹਾ, ਇਸ ਕਰਕੇ ਤੁਹਾਡੇ ਖਿਲਾਫ ਐਕਸ਼ਨ ਲਿਆ ਜਾਏਗਾ। ਠੀਕ। ਹੁਣ ਸਰਕਾਰ ਉਸ ਵੇਲੇ ਕੈਪਟਨ ਅਮਰਿੰਦਰ ਸਿੰਘ ਕਹਿੰਦੇ ਸੀ ਵੀ ਅਸੀਂ ਕਿਸੇ ਕਾਨੂੰਨੀ ਲੜਾਈ 'ਚ ਫਸ ਗਏ ਨਾ ਤਾਂ ਅਸੀਂ ਸੁਪਰੀਮ ਕੋਰਟ ਦੇ ਚੱਕਰ ਲਾਉਂਦੇ ਰਹਾਂਗੇ ਔਰ ਜਿਹੜਾ ਸਰਮਾਇਆ ਸਰਕਾਰੀ ਖਜ਼ਾਨਾ ਹੈ ਉਹਦੇ ਤੇ ਵਾਧੂ ਬੋਝ ਪਾਵਾਂਗੇ, ਕਿਉਂਕਿ ਤੁਹਾਨੂੰ ਪਤਾ ਸੁਪਰੀਮ ਕੋਰਟ ਦੇ ਜਿਹੜੇ ਵਕੀਲ ਨੇ ਉਹਨਾਂ ਦੀਆਂ ਫੀਸਾਂ ਇੰਨੀਆਂ ਜ਼ਿਆਦਾ ਨੇ ਕਿ ਉਹ ਬੰਦਾ ਫੀਸ ਸੁਣ ਕੇ ਹੀ ਮਰ ਜਾਂਦਾ। ਤਾਂ ਉਸ ਹਿਸਾਬ ਨਾਲ ਉਹ ਗੱਲ ਹੀ ਹੁਣ ਦੁਬਾਰਾ ਕਿਹਨੇ ਕਹੀ ਹੈ? ਡਾਕਟਰ ਨਵਜੋਤ ਕੌਰ ਨੇ, ਕਿ ਅਸੀਂ ਮੰਗ ਤਾਂ ਇਹ ਨਵਜੋਤ ਸਿੱਧੂ ਨੇ ਇਹ ਕੀਤੀ ਸੀ ਨਾ ਕਿ ਬਿਜਲੀ ਸਮਝੌਤੇ ਫੌਰੀ ਤੌਰ ਤੇ ਵਿਸ਼ੇਸ਼ ਸੈਸ਼ਨ ਸੱਦ ਕੇ ਰੱਦ ਕੀਤੇ ਜਾਣ। ਤੇ ਚੰਨੀ ਜੀ ਦਾ ਇੱਕ ਬਿਆਨ ਆਇਆ, ਉਹ ਕਹਿੰਦੇ ਵੀ ਐਡਾ ਕੀ ਹੋ ਗਿਆ, ਉਹ 13 ਨੁਕਾਤੀ ਪ੍ਰੋਗਰਾਮ ਹੋਵੇ, ਭਾਵੇਂ 15 ਨੁਕਾਤੀ ਹੋਵੇ, 18 ਨੁਕਾਤੀ ਹੋਵੇ, 20 ਨੁਕਾਤੀ ਹੋਵੇ, 24 ਨੁਕਾਤੀ ਹੋਵੇ, ਯਾਰ ਅਸੀਂ ਕਰਾਂਗੇ। ਇਹ ਜਿਹੜਾ ਬਿਆਨ ਹੈ ਨਾ ਉਹਨਾਂ ਨੇ ਬੜੀ ਸੋਚ ਸਮਝ ਕੇ ਦਿੱਤਾ। ਉਹ ਕਹਿੰਦੇ ਐਵੇਂ ਨੁਕਾਤੀ ਕਰੀ ਜਾਂਦੇ ਆ, ਕੰਮ ਦੀ ਗੱਲ ਕਰਦੇ ਨਹੀਂ। 4 ਮਹੀਨੇ ਜੁਮਾ ਰਹਿ ਗਏ ਚੋਣਾਂ 'ਚ ਔਰ ਤੁਸੀਂ ਐਸਾ ਖਖੜ ਖਈਆ ਪਾਇਆ ਹੋਇਆ ਹੈ ਹਨਾ। ਇੱਕ ਸਾਡੇ ਤੋਂ ਠੋਕੋ ਤਾਲੀ ਠੀਕ ਨਹੀਂ ਆਉਂਦਾ ਵੀ ਜਿਹਨੇ ਮਤਲਬ ਕਿ ਟਿੱਕੇ ਕਿਸੇ ਨੂੰ ਕੰਮ ਨਹੀਂ ਕਰਨ ਦਿੱਤਾ। ਔਰ ਜਿਹੜਾ ਬੰਦਾ ਵੀ ਇਹਨੂੰ ਐ ਲੱਗਿਆ ਕਿ ਮੇਰੇ ਮੁੱਖ ਮੰਤਰੀ ਬਣਨ ਦੇ ਰਸਤੇ ਦੇ ਵਿੱਚ ਖੜਾ ਹੈ, ਉਹ ਉਹਨੂੰ ਚੁਆਤੀਆਂ ਲਾਉਣ ਲੱਗ ਗਿਆ ਹੈ। ਔਰ ਜਿਹੜਾ ਇਹਨੂੰ ਇਹ ਲੱਗਿਆ ਜਿਨ੍ਹਾਂ ਦੇ ਮੋਢਿਆਂ ਤੇ ਸਵਾਰ ਹੋ ਕੇ ਇਹਨੇ ਕੈਪਟਨ ਅਮਰਿੰਦਰ ਸਿੰਘ ਦੇ ਵਿਰੁੱਧ ਬਗਾਵਤ ਕੀਤੀ, ਫਿਰ ਇਹਨੇ ਉਹਦੀਆਂ ਜੜ੍ਹਾਂ ਨੂੰ ਫੂਕਣਾ ਚਾਹਿਆ। ਉਹ ਵੱਖਰੀ ਗੱਲ ਹੈ ਕਿ ਉਹ ਬੰਦੇ ਦਾਨਿਸ਼ਮੰਦ ਸੀ, ਸਿਆਣੇ ਸੀਗੇ ਔਰ ਉਹਨਾਂ ਨੇ ਕੋਈ ਬਹੁਤਾ ਇਹਦਾ ਨੋਟਿਸ ਨਹੀਂ ਲਿਆ। ਹੁਣ ਇਹ ਬੰਦਾ ਕੱਲਾ ਹੈ, ਕੱਲਾ, ਇਹਨੂੰ ਅੰਦਰੋਂ ਇਹ ਪਤਾ ਲੱਗ ਗਿਆ, ਇਹਨੇ ਮਹਿਸੂਸ ਕਰ ਲਿਆ ਕਿ ਮੈਂ ਜਿਹੜੀ ਵੀ ਖੇਡ ਖੇਡੀ ਆਪਣੇ ਜਾਣੇ ਤਾਂ ਬੜੇ ਸ਼ਾਤਰਾਨਾ ਢੰਗ ਨਾਲ ਖੇਡੀ, ਪਰ ਕੁਹਾੜਾ ਮੈਂ ਆਪਦੇ ਪੈਰ ਤੇ ਹੀ ਮਾਰ ਲਿਆ। ਠੀਕ। ਮੁੱਖ ਮੰਤਰੀ ਬਣਨ ਦੀ ਚਾਹਤ 'ਚ ਇਸ ਵਿਅਕਤੀ ਨੇ ਸਿਰਫ ਆਪਣਾ ਸਿਆਸੀ ਭਵਿੱਖ ਤਬਾਹ ਨਹੀਂ ਕੀਤਾ, ਇਸ ਨੇ ਸਾਰੀ ਕਾਂਗਰਸ ਪਾਰਟੀ ਨੂੰ ਲਪੇਟੇ 'ਚ ਲੈ ਲਿਆ ਔਰ ਇਸ ਨੇ ਇਹ ਦੱਸ ਦਿੱਤਾ ਕਿ ਮੈਨੂੰ ਹਾਈ ਕਮਾਨ ਵੀ ਕੁਝ ਨਹੀਂ ਕਰ ਸਕਦੀ। ਤੇ ਹਾਈ ਕਮਾਨ ਨੂੰ ਹੁਣ ਇਹ ਅਹਿਸਾਸ ਹੋ ਗਿਆ ਕਿ ਇਹ ਬੰਦਾ ਪਾਰਟੀ ਵਾਸਤੇ ਖਤਰਨਾਕ ਸਿੱਧ ਹੋ ਸਕਦਾ ਔਰ ਇਸ ਨੂੰ ਤਾਕੀਦ ਕੀਤੀ ਗਈ ਹੈ ਕਿ ਭਾਈ ਤੂੰ ਆਪਣੇ ਆਪ ਨੂੰ ਸੁਧਾਰ ਲਾ। ਠੀਕ। ਤੂੰ ਪੰਜਾਬ ਕਾਂਗਰਸ ਦੇ ਜਿਹੜੇ ਮਾਮਲੇ ਨੇ ਉਹਨਾਂ ਨਾਲ ਨਜਿੱਠ ਔਰ ਪੰਜਾਬ ਵਿੱਚ ਕਾਂਗਰਸ ਦੀ ਮਜ਼ਬੂਤ ਲਹਿਰ ਪੈਦਾ ਕਰ। ਜਦੋਂ ਦਫ਼ਤਰੀ ਬੰਦਾ ਲਹਿਰ ਸਵਾਹ ਦੀ ਖੇਹ ਪੈਦਾ ਹੋਣੀ ਹੈ, ਇਹ ਖੁਦ ਹੀ ਮਤਲਬ ਇੱਕ ਬਹੁਤ ਵੱਡੀ ਐਂਟੀ ਕਾਂਗਰਸ ਲਹਿਰ ਬਣ ਗਿਆ। ਬਿਲਕੁਲ 4 ਮਹੀਨੇ ਰਹਿ ਗਏ ਕਾਂਗਰਸ ਪਾਰਟੀ ਦੇ ਕੋਲ, ਜਿੱਥੇ ਤੇ ਸਮਾਂ ਇੰਨਾ ਥੋੜਾ ਤੇ ਕੰਮ ਕਰਨ ਵਾਲੇ ਬਹੁਤ ਨੇ, ਉੱਥੇ ਕੰਮ ਕਰਨ ਦੀ ਬਜਾਏ ਤੁਸੀਂ ਬਾਰ-ਬਾਰ ਮੁੱਦੇ ਲਿਆ ਕੇ ਖੜੇ ਕਰੀ ਜਾਓ। ਭਾਈ ਉਹ ਮੁੱਦਿਆਂ ਨੂੰ ਹੱਲ ਕਰਨ ਦਾ ਵਕਤ ਵੀ ਹੋਣਾ ਚਾਹੀਦਾ ਔਰ ਉਹਨਾਂ ਮੁੱਦਿਆਂ ਨੂੰ ਹੱਲ ਕਰਨ ਦੇ ਢੰਗ ਤਰੀਕੇ ਲੱਭਣਾ ਵੀ ਚਾਹੀਦਾ, ਨਾ ਕਿ ਅਸੀਂ ਸਿਰਫ ਮੁੱਦੇ ਨੂੰ ਹੀ ਲੈ ਕੇ ਖੜੇ ਰਹੀਏ। ਸ਼ੀਤਲ ਜੀ ਮੈਨੂੰ ਇੱਕ ਗੱਲ ਦੱਸੋ, ਇਹ 4.5 ਸਾਲ ਆ ਜਿਹੜੇ ਸੱਪ ਤੋਂ ਕੱਢੇ ਆ, ਕਦੇ 18 ਨੁਕਾਤੀ ਕੱਢ ਲੈਂਦੇ ਦਮੂਹਾਂ, ਕਦੇ 13 ਨੁਕਾਤੀ ਕੱਢ ਲੈਂਦੇ ਆ, ਇਹ ਉਦੋਂ ਕਿਹੜੇ ਛਾਬਿਆਂ 'ਚ ਬੰਦ ਕੀਤੇ ਹੋਏ ਸੀ ਇਹਨਾਂ ਨੇ? 4.5 ਸਾਲ ਇਹਨਾਂ ਨੂੰ ਕੋਈ ਨੁਕਤਾ ਯਾਦ ਨਹੀਂ ਆਇਆ ਔਰ ਠੋਕੋ ਤਾਲੀ 2-3 ਸਾਲ ਚੁੱਪ ਹੀ ਰਿਹਾ, ਬੋਲਿਆ ਹੀ ਨਹੀਂਗਾ। ਫਿਰ ਜਦੋਂ ਇਹਨੂੰ ਜਿਹੜਾ ਮਹਿਕਮਾ ਦਿੱਤਾ, ਉਸ ਮਹਿਕਮੇ ਜਦੋਂ ਇਹ ਸਾਬਤ ਹੋ ਗਿਆ ਕਿ ਇਹ ਬੰਦਾ ਇਸ ਮਹਿਕਮੇ ਨੂੰ ਚਲਾ ਨਹੀਂ ਸਕਦਾ, ਤਾਂ ਕੈਪਟਨ ਸਾਹਿਬ ਨੇ ਇਹਦਾ ਮਹਿਕਮਾ ਬਦਲ ਕੇ ਬਿਜਲੀ ਮਹਿਕਮਾ ਦਿੱਤਾ। ਮੁੜ ਕੇ ਬਿਜਲੀ ਦੇ ਉੱਪਰ ਭਾਸ਼ਣਬਾਜ਼ੀ ਕਰਨ ਲੱਗਾ ਜੀ, ਬਿਜਲੀ ਦੀ ਕਿੱਲਤ, ਬਿਜਲੀ ਦਾ ਫਲਾਨਾ, ਬਿਜਲੀ ਸਮਝੌਤੇ ਆ ਤੇ ਆਓ ਤੇ ਕੀਤਾ। ਜੇ ਤੂੰ ਪਾੜੂਆ ਬਿਜਲੀ ਦਾ ਤੈਨੂੰ ਮਹਿਕਮਾ ਮਿਲਿਆ ਸੀ, ਉਹ ਮੰਤਰਾਲਾ ਮਿਲਿਆ ਸੀ, ਤੂੰ ਕੁਝ ਕਰਕੇ ਵਿਖਾਉਂਦਾ, ਤੂੰ ਤਾਂ ਡੱਕਾ ਨਹੀਂ ਤੋੜਿਆ, ਤੂੰ ਤਾਂ ਘਰੀ ਬੈਠਾ ਰਿਹਾ। ਫਿਰ ਇਹ 9 ਮਹੀਨੇ ਤੋਂ ਤੂੰ ਆਪ ਕਦੇ ਘਰ ਦਾ ਬਿਜਲੀ ਦਾ ਬਿੱਲ ਨਹੀਂ ਭਰਿਆ, ਤੂੰ ਲੋਕਾਂ ਨੂੰ ਕੀ ਸੀਖ ਦੇਣਾ? ਤੋ ਇਹ ਬੰਦਾ ਜਿਹੜਾ ਹੈ ਨਾਪਾਏਦਾਰ ਹੈ, ਇਹ ਬੰਦਾ ਵਿਸ਼ਵਾਸ ਦੇ ਕਾਬਿਲ ਨਹੀਂ ਹੈ ਔਰ ਇਹ ਬੰਦਾ ਕਾਂਗਰਸ ਵਾਸਤੇ ਨੁਕਸਾਨਦੇਹ ਸਾਬਤ ਹੋਵੇਗਾ। ਅੱਜ ਹੋ ਜੇ, ਕੱਲ ਹੋਵੇ, ਪਰਸੋਂ ਹੋ ਜੇ। ਔਰ ਜਿਹੜੀ ਇਹ ਝਾਕ ਲਾਈ ਬੈਠਾ ਨਾ ਕਿ ਮੈਨੂੰ ਜਿਵੇਂ ਕਿਵੇਂ ਮਤਲਬ ਮੈਂ ਕਹਿੰਦਾ ਸੀ ਨਾ ਇੱਟ ਨਾਲ ਇੱਟ ਖੜਕਾ ਦੂੰਗਾ, ਉਹ ਇੱਟ ਨਾਲ ਇੱਟ ਜਿਹੜਾ ਬੁਰਜ ਖੁਦ ਹੀ ਢਹਿ ਗਿਆ, ਉਹਦੀ ਇੱਟ ਨਾਲ ਇੱਟ ਉਹਨੇ ਕਿਸੇ ਹੋਰ ਦੀ ਕੀ ਖੜਕਾਉਣੀ ਹੈ? ਇਹ ਬੰਦਾ ਜਿਹੜਾ ਸੁਪਨੇ ਲੈ ਰਿਹਾ ਕਿ ਮੈਂ 2022 ਦੀਆਂ ਵਿਧਾਨ ਸਭਾ ਚੋਣਾਂ 'ਚ ਪੰਜਾਬ ਕਾਂਗਰਸ ਦੀ ਅਗਵਾਈ ਕਰਾਂਗਾ, ਪਰ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਵੀ ਜੇ ਇਸੇ ਰਫ਼ਤਾਰ ਨਾਲ ਚਰਨਜੀਤ ਸਿੰਘ ਚੰਨੀ ਜੀ ਤੁਰਦੇ ਗਏ, ਠੀਕ ਹੈ, ਤਾਂ ਇਹ ਪਿੱਛੇ ਲੱਭਣਾ ਹੀ ਨਹੀਂਗਾ ਵੀ ਕਿੱਧਰ ਰਹਿ ਗਿਆ। ਔਰ ਲੋਕਾਂ ਨੇ ਇਸ ਨੂੰ ਕੋਈ ਘਾਹ ਨਹੀਂ ਪਾਉਣਾ ਔਰ ਚਰਨਜੀਤ ਸਿੰਘ ਚੰਨੀ ਦੀ ਅਗਵਾਈ 'ਚ ਜੇ 2022 ਦੀਆਂ ਵਿਧਾਨ ਸਭਾ ਚੋਣਾਂ ਨਾ ਲੜੀਆਂ ਗਈਆਂ
ਤਾਂ ਫਿਰ ਉਹ ਪੰਜਾਬ 'ਚ ਕਾਂਗਰਸ ਦੇ ਭਵਿੱਖ ਲਈ ਨਹੀਂ ਬਲਕਿ ਹਿੰਦੁਸਤਾਨ 'ਚ ਪੰਜਾਬ ਕਾਂਗਰਸ ਦੇ ਭਵਿੱਖ ਲਈ ਖਤਰਨਾਕ ਸਾਬਤ ਹੋਣਗੇ। ਹੋਏਗਾ। ਸੋ ਉਮੀਦ ਕਰਦੇ ਹਾਂ ਕਿ ਹਾਈ ਕਮਾਨ ਜਲਦ ਤੋਂ ਜਲਦ ਇਸ ਚੀਜ਼ ਨੂੰ ਸਮਝੂਗੀ ਤੇ ਆਉਣ ਵਾਲੇ ਵਿਧਾਨ ਸਭਾ ਜਿਹੜੀਆਂ ਚੋਣਾਂ ਨੇ 2022 ਦੀਆਂ ਉਹਦੇ ਵਿੱਚ ਉਹ ਕੋਈ ਸਹੀ ਫੈਸਲਾ ਲਊਗੀ ਤਾਂ ਕਿ ਪੰਜਾਬ ਦੇ ਵਿੱਚ ਕਾਂਗਰਸ ਦਾ ਜਿਹੜਾ ਵਜੂਦ ਹੈ ਉਹਨੂੰ ਬਚਾਇਆ ਜਾ ਸਕੇ। ਸੋ ਗੱਲ ਕਰਦੇ ਹਾਂ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ, ਕਿਉਂਕਿ ਜਿਸ ਰਫ਼ਤਾਰ ਦੇ ਨਾਲ ਉਹ ਕੰਮ ਕਰ ਰਹੇ ਨੇ ਲੱਗ ਰਿਹਾ ਹੈ ਕਿ ਸ਼ਾਇਦ ਉਹਨਾਂ ਨੂੰ ਸਮਝ ਆਇਆ ਕਿ ਇਹ ਪਾਰਟੀ ਹੁਣ ਮੈਂ ਕਿਵੇਂ ਚਲਾਉਣੀ ਹੈ। ਫਿਲਹਾਲ ਉਹਨਾਂ ਨੇ ਕੱਲ ਹੀ ਪਾਣੀ ਦੇ ਜਿਹੜੇ ਬਿੱਲ ਨੇ ਉਹ ਮਾਫ ਕੀਤੇ ਨੇ। ਇਹ ਵੀ ਕਿਹਾ ਹੈ ਕਿ ਜਿਹੜਾ 150 ਰੁਪਏ ਦਾ ਪਾਣੀ ਦਾ ਬਿੱਲ ਆਉਂਦਾ ਸੀ ਹੁਣ ਉਹ 50 ਰੁਪਏ ਆਊਗਾ ਸ਼ਹਿਰੀ ਖੇਤਰ ਦੇ ਵਿੱਚ ਵੀ ਤੇ ਪਿੰਡੂ ਖੇਤਰ ਦੇ ਵਿੱਚ ਵੀ। ਸੋ ਜੇਕਰ ਉਹਨਾਂ ਦਾ ਲਗਭਗ ਸਾਰਾ ਇਹ ਚਿੱਠਾ ਪੜਿਆ ਜਾਵੇ ਤੇ ਉਹਨਾਂ ਨੇ ਬਹੁਤ ਸਾਰੇ ਤੋਹਫੇ ਜਿਹੜੇ ਨੇ ਲੋਕਾਂ ਨੂੰ ਦਿੱਤੇ ਨੇ। ਹੁਣ ਸਵਾਲ ਇਹ ਖੜਾ ਹੁੰਦਾ ਹੈ ਚੋਣਾਂ ਦੇ ਦਰਮਿਆਨ ਹੀ ਕਿਉਂ ਇਹ ਮੰਤਰੀ ਲੋਕਾਂ ਨੂੰ ਇਹੋ ਜਿਹੇ ਤੋਹਫੇ ਦਿੰਦੇ ਨੇ। ਦੂਜੀ ਗੱਲ ਕਿ ਇਹਨਾਂ ਨੂੰ ਇਹ ਲੱਗਦਾ ਹੈ ਕਿ ਵੋਟਰ ਇੰਨੇ ਕੁ ਜ਼ਿਆਦਾ ਬੇਵਕੂਫ ਨੇ ਜਿਹੜੇ ਇਹਨਾਂ ਦਿੱਤੇ ਹੋਏ ਤੋਹਫਿਆਂ ਤੋਂ ਉਹ ਲੋਭ ਦੇ ਵਿੱਚ ਆ ਜਾਣਗੇ ਤੇ ਪਾਰਟੀ ਨੂੰ ਫਟਾ ਤੋਂ ਫਟ ਵੋਟਾਂ ਜਿਹੜੀਆਂ ਹੈ ਪਾਣੀਆਂ ਸ਼ੁਰੂ ਕਰ ਦੇਣਗੇ। ਕੀ ਆਮ ਜਨਤਾ ਨੂੰ ਬੇਵਕੂਫ ਸਮਝਿਆ ਜਾਂਦਾ? ਦੇਖੋ ਸ਼ੀਤਲ ਜੀ, ਇਹ ਤੁਸੀਂ ਜਿਹੜੀ ਗੱਲ ਕਹੀ ਹੈ ਕਿ ਵੀ ਲੋਕ ਇੰਨੇ ਝੁੱਡੂ ਨਹੀਂ ਹੁੰਦੇ, ਮੂਰਖ ਨਹੀਂ ਹੁੰਦੇ, ਬੇਵਕੂਫ ਨਹੀਂ ਹੁੰਦੇ ਕਿ ਇਹੋ ਜਿਹੀਆਂ ਲੋਕ ਲੁਭਾਊ ਗੱਲਾਂ ਦੇ ਵਿੱਚ ਆ ਕੇ ਸਿਆਸਤਦਾਨਾਂ ਦੀਆਂ ਤੇ ਉਹਨੂੰ ਵੋਟਾਂ ਪਾਉਣਗੇ। ਸਾਡੇ ਲੋਕਾਂ ਦੀ ਮਾਨਸਿਕਤਾ ਬੜੀ ਅਜੀਬ ਕਿਸਮ ਦੀ ਹੈ। ਵੋਟਾਂ ਵੇਲੇ ਦੀ ਇੱਕ ਗੱਲ ਦੱਸਦਾ, ਸਮਰਾਲੇ 'ਚ ਵਾਪਰੀ। ਉੱਥੋਂ ਦੇ ਇੱਕ ਅਕਾਲੀ ਆਗੂ ਸੀਗੇ ਤਾਂ ਉਹ ਵੋਟਾਂ 'ਚ ਖੜੇ ਹੋ ਗਏ। ਤਾਂ ਉਹਨਾਂ ਨੂੰ ਮਤਲਬ ਉਹਨਾਂ ਦੇ ਬੇਟੇ ਨੇ ਕਿਹਾ ਕਿ ਵੀ ਆਪਾਂ ਦਾਰੂ ਦੂਰ ਦਾ ਇੰਤਜ਼ਾਮ ਕਰੀਏ, ਪਰ ਉਹ ਇਹਦੇ ਬੜੇ ਖਿਲਾਫ ਸੀ। ਦਾਰੂ ਪਹੁੰਚੀ ਨਹੀਂ ਉੱਥੇ ਮੌਕੇ ਸਿਰ, ਕੰਮ ਖਰਾਬ ਹੋ ਗਿਆ, ਉਹ ਹਾਰ ਗਏ। ਸਾਡੀ ਮਾਨਸਿਕਤਾ ਇੱਥੇ ਖੜੀ ਹੈ। ਤੋ ਇਸ ਗੱਲ ਨਾਲ ਕੋਈ ਫਰਕ ਨਹੀਂ ਪੈਂਦਾ ਕਿ ਹੁਣ ਲੋਕਾਂ ਨੇ ਕਹਿਣਾ ਵੀ ਚੱਲ ਯਾਰ ਦੇਰ ਆਏ ਤੇ ਦਰੁਸਤ ਆਏ, ਵੀ ਜੇ ਪਹਿਲਾਂ ਨਹੀਂ ਕੀਤੇ ਸਰਕਾਰ ਨੂੰ ਹੁਣ ਮਾੜਾ ਜਿਹਾ ਖਿਆਲ ਆ ਗਿਆ ਹੁਣ ਕਰਤੇ। ਤੇ ਗੱਲ ਤਾਂ ਇਹ ਹੈ ਨਾ ਵੀ ਪਹਿਲਾਂ ਨਾ ਕਿਸੇ ਨੇ ਕਰਤੇ ਫਿਰ ਇਹ ਜਿਹੜਾ ਕਰਨਗੇ ਕਿ ਕੈਪਟਨ ਨੇ ਨਾ ਕਰਤੇ, ਹਨਾ, ਚੰਨੀ ਨੇ ਕਰਤਾ ਦਿੱਤੇ। ਹੁਣ ਮਤਲਬ ਇਸ ਗੱਲ ਦਾ ਸ਼੍ਰੇਅ ਜਿਹੜਾ ਹੈ ਉਹ ਚੰਨੀ ਜੀ ਨੂੰ ਜਾਏਗਾ ਹੀ ਜਾਏਗਾ ਔਰ ਇਸ ਨੂੰ ਕੋਈ ਨਹੀਂ ਕਰ ਸਕਦਾ। ਦੂਜੀ ਗੱਲ ਹੈ ਕਿ ਜਿਵੇਂ ਖਾਲੀ ਪਈਆਂ ਅਸਾਮੀਆਂ ਨੂੰ ਭਰਨ ਦੀ ਕਵਾਇਦ ਸ਼ੁਰੂ ਹੋ ਗਈ ਹੈ, ਜਿਵੇਂ 4th ਕਲਾਸ ਦੇ ਜਿਹੜੇ ਬੇਰੁਜ਼ਗਾਰ ਮਤਲਬ ਜਿਹੜੀਆਂ ਅਸਾਮੀਆਂ ਨੇ ਉੱਤੇ ਬੇਰੁਜ਼ਗਾਰਾਂ ਨੂੰ ਭਰਤੀ ਕਰਨ ਦੀ ਵੀ ਇੱਕ ਮੁਹਿੰਮ ਸ਼ੁਰੂ ਹੋਈ ਹੈ। ਔਰ ਦੂਸਰੀ ਗੱਲ ਇਹ ਹੈ ਕਿ ਜਿਵੇਂ ਟਰਾਂਸਪੋਰਟ ਮਹਿਕਮੇ ਦੇ ਵਿੱਚ ਇੱਕ ਤਰ੍ਹਾਂ ਨਾਲ ਤਬਦੀਲੀ ਆ ਰਹੀ ਹੈ ਔਰ PRTC ਜਿਹੜੀ ਸਰਕਾਰੀ ਬੱਸਾਂ ਨੇ ਜਾਂ ਪੰਜਾਬ ਰੋਡਵੇਜ਼ ਵਗੈਰਾ, ਇਹਨਾਂ ਦਾ ਜਿਹੜਾ ਮਾਲੀਆ ਜਾਂ ਇਹਨਾਂ ਨੂੰ ਜਿਹੜੀ ਵਟਤ ਹੁੰਦੀ ਸੀ ਉਹਦੇ 'ਚ ਇਜ਼ਾਫਾ ਹੋ ਗਿਆ। ਉਹ ਸਾਰਾ ਕੁਝ ਰਾਜਾ ਵੜਿੰਗ ਕਰ ਰਹੇ ਨੇ। ਔਰ ਜਿਹੜੀਆਂ ਗੈਰ ਸਰਕਾਰੀ ਬੱਸਾਂ ਬਿਨਾਂ ਪਰਮਿਟ ਤੋਂ ਚੱਲਦੀਆਂ ਜਿਨ੍ਹਾਂ ਨੇ ਬੜਾ ਖਜ਼ਾਨੇ ਨੂੰ ਚੂਨਾ ਲਾਇਆ, ਉਹਨਾਂ ਨੂੰ ਫੜੋ ਫੜੀ ਜਾਰੀ ਹੈ। ਉਹਨਾਂ ਦੇ ਕੰਮ ਤਾਂ ਚੰਗੇ ਨੇ। ਗੱਲ ਇਹ ਹੁੰਦੀ ਹੈ ਇੱਕ ਦਿਨ 'ਚ ਕਦੇ ਤਬਦੀਲੀ ਨਹੀਂ ਆਉਂਦੀ ਹੁੰਦੀ, ਇੱਕ ਦਿਨ 'ਚ ਕਦੇ ਇਨਕਲਾਬ ਨਹੀਂ ਆਉਂਦਾ। ਪਰ ਇੱਕ ਗੱਲ ਹੈ ਕਿ ਜੇ ਪੰਜਾਬ ਦੇ ਲੋਕਾਂ ਨੂੰ ਇਹ ਅਹਿਸਾਸ ਹੋ ਜਾਵੇ ਕਿ ਚੰਨੀ ਜੀ ਉਹ ਸਿਆਸਤਦਾਨਾਂ ਦੀ ਕਤਾਰ ਚੋਂ ਨਹੀਂ ਆਏ, ਜਿਹੜੇ ਸਿਆਸਤਦਾਨ ਹੁਣ ਤੱਕ ਸੱਤਾ ਦਾ ਸੁੱਖ ਭੋਗਦੇ ਰਹੇ ਨੇ, ਔਰ ਇਹ ਇਹਨਾਂ ਦੀ ਖੁਸ਼ਕਿਸਮਤੀ ਹੈ ਕਿ ਪ੍ਰਮਾਤਮਾ ਦੀ ਕਿਰਪਾ ਨਾਲ ਇਹਨਾਂ ਨੂੰ ਪੰਜਾਬ ਦਾ ਮੁੱਖ ਮੰਤਰੀ ਬਣਨ ਦਾ ਮੌਕਾ ਮਿਲਿਆ ਔਰ ਇਹ ਕਿਸੇ ਨੇ ਇਹਨਾਂ ਨੂੰ ਹੋਰ ਨਹੀਂ ਬਣਾਇਆ। ਵੱਖਰੀ ਗੱਲ ਹੁੰਦੀ ਹੈ ਕਿ ਕੋਈ ਨਾ ਕੋਈ ਬੰਦਾ ਤਾਂ ਮੂਹਰੇ ਹੁੰਦਾ ਹੀ ਹੁੰਦਾ, ਪਰ ਪ੍ਰਮਾਤਮਾ ਕਿਸੇ ਨਾ ਕਿਸੇ ਬੰਦੇ ਦੇ ਥਰੂ ਹੀ ਜਿਹੜਾ ਹੈ ਉਹ ਕਿਸੇ ਗੱਲ ਨੂੰ ਅਮਲ 'ਚ ਲਿਆਉਂਦਾ। ਸੋ ਹੁਣ ਜੇ ਇਹ ਆਪਣੀ ਸਾਖ ਇਵੇਂ ਬਰਕਰਾਰ ਰੱਖਣ ਤਾਂ ਮੈਂ ਸਮਝਦਾ ਜਿਸ ਤਰ੍ਹਾਂ ਦੇ ਫੈਸਲੇ ਹੁਣ ਲੈ ਰਹੇ ਨੇ, ਜੇ ਇਹਨਾਂ ਫੈਸਲਿਆਂ ਦੀ ਲੜੀ ਨੂੰ ਅੱਗੇ ਤੋਰਦੇ ਰਹੇ ਤਾਂ ਇਹ ਜਦ ਤੱਕ ਚਾਹਣ ਪੰਜਾਬ ਦੇ ਮੁੱਖ ਮੰਤਰੀ ਬਣੇ ਰਹਿ ਸਕਦੇ ਨੇ ਔਰ ਪੰਜਾਬ ਦੇ ਵਿੱਚ ਇਹ ਨਵਾਂ ਇਨਕਲਾਬ ਲਿਆ ਸਕਦੇ ਨੇ। ਲੇਕਿਨ ਇੱਕ ਗੱਲ ਤੋਂ ਖਬਰਦਾਰ ਰਹਿਣਾ ਪਵੇਗਾ ਕਿ ਆ ਜਿਹੜਾ ਠੋਕੋ ਤਾਲੀ ਵਾਲਾ ਕੰਡਾ ਹੈ ਨਾ, ਕਿਉਂਕਿ ਉਹ ਚਾਹੁੰਦਾ ਇਹ ਹੈ ਨਾ ਵੀ ਮੇਰੇ ਤੋਂ ਬਿਨਾਂ ਤਾਂ ਕੋਈ ਮੁੱਖ ਮੰਤਰੀ ਬਣ ਹੀ ਨਹੀਂ ਸਕਦਾ, ਕਿਉਂਕਿ ਮੈਨੂੰ ਤਾਂ ਇਹ ਮਤਲਬ ਪਤਾ ਨਹੀਂ ਕਿਹੜੇ ਬੂਬਨੇ ਨੇ ਵਰ ਦਿੱਤਾ ਹੈ। ਕਿਉਂਕਿ ਉਹਨਾਂ ਦੇ ਦਿਮਾਗ 'ਚ ਇਹ ਗੱਲ ਹਾਵੀ ਹੋ ਚੁੱਕੀ ਕਿ ਜਾਂ ਤਾਂ ਕੁਰਸੀ ਮੇਰੀ ਹੋਊਗੀ, ਜੇਕਰ ਕੁਰਸੀ ਤੇ ਕੋਈ ਹੋਰ ਬੈਠਾ ਆ ਤੇ ਉਹਦੀ ਵਾਗਡੋਰ ਮੇਰੇ ਹੱਥ 'ਚ ਹੋਊਗੀ। ਉਹੀ ਹੈ ਨਾ, ਤੋ ਜਿਹੜਾ ਇੰਨਾ ਕੁਝ ਉਹਨਾਂ ਨੇ ਲਪੇਟਿਆ ਹੁੰਦਾ ਆਪਣੇ, ਉਹ ਕੋਈ ਕਿਸੇ ਮਕਸਦ ਵਾਸਤੇ ਹੀ ਹੈ ਨਾ। ਹੁਣ ਉਹਦਾ ਜਾਦੂ ਮੰਤਰ ਜਿਹੜਾ ਮੈਨੂੰ ਤਾਂ ਲੱਗਦਾ ਪੁੱਠਾ ਪੈ ਗਿਆ ਜੀ। ਉਹ ਪੁੱਠਾ ਕਿਉਂ ਪੈ ਗਿਆ? ਤੁਸੀਂ ਦੇਖੋ ਨਾ ਵੀ ਇੰਨਾ ਕੁਝ ਬੰਨਣ ਦੇ ਬਾਵਜੂਦ ਵੀ ਕੁਝ ਵੀ ਸਿੱਧਾ ਨਹੀਂ ਹੋ ਰਿਹਾ।
ਮਤਲਬ ਜਿਹੜੀ ਚਾਲ ਚੱਲਦਾ ਉਹੀ ਪੁੱਠੀ ਪੈਂਦੀ ਹੈ। ਉਹੀ ਪੁੱਠੀ। ਜਾਂ ਤਾਂ ਇਹ ਹੈ ਵੀ ਉਹਦਾ ਰੰਗ ਫਿੱਕਾ ਹੋ ਗਿਆ, ਜਾਂ ਇਹ ਹੈਗਾ ਕਿ ਉਹਦਾ ਜਿਹੜਾ ਮੰਤਰ ਸੀਗਾ ਉਹ ਪੇਤਲਾ ਹੋ ਗਿਆ, ਜਾਂ ਇਹ ਹੈ ਵੀ ਜਦੋਂ ਉਹਨੂੰ ਮੰਤਰ ਦਿੱਤਾ ਉਦੋਂ ਕੋਈ ਨਾ ਕੋਈ ਬਦਰੂ ਜਿਹੜੀ ਸੀਗੀ ਉੱਥੇ ਮੌਜੂਦ ਸੀ, ਹਨਾ, ਜਾਂ ਫਿਰ ਉਹਨੂੰ ਕਿਸੇ ਦਾ ਸਰਾਪ ਲੱਗਿਆ, ਜਾਂ ਫਿਰ ਇਹ ਹੈ ਵੀ ਬੂਬਨਾ ਜਿਹਨੇ ਇਹਨੂੰ ਦਿੱਤਾ ਉਹ ਆਪ ਹੀ ਕੁਛ ਨਹੀਂ। ਠੀਕ ਹੈ। ਸੋ ਇਸ ਕਰਕੇ ਇਹ ਬੰਦਾ ਜਿਹੜਾ ਹੈ ਚੰਨੀ ਜੀ ਜਿੰਨੀ ਦੇਰ ਤੱਕ ਇਹਦੇ ਤੋਂ ਦੂਰ ਰਹਿਣਗੇ, ਜਾਂ ਚੰਨੀ ਜੀ ਜਿੰਨੀ ਦੇਰ ਤੱਕ ਇਹਨੂੰ ਨਜ਼ਰਅੰਦਾਜ਼ ਕਰੀ ਰੱਖਣਗੇ, ਇਹ ਗੱਲ ਦੀ ਮੈਂ ਕਹਿ ਲਓ ਵੀ ਪ੍ਰਸ਼ੰਸਾ ਕਰਦਾ ਕਿ ਚੰਨੀ ਜੀ ਨੇ ਕਦੇ ਵੀ ਤਲਖ ਹੋ ਕੇ ਠੋਕੋ ਤਾਲੀ ਦੇ ਖਿਲਾਫ ਕੋਈ ਗੈਰ ਜ਼ਿੰਮੇਵਾਰਾਨਾ ਬਿਆਨ ਨਹੀਂ ਦਿੱਤਾ। ਸਿਰਫ ਇਹੀ ਕਹਿੰਦੇ ਰਹਿੰਦੇ ਨੇ ਕਿ ਚਲੋ ਮਿਲ ਕੇ ਨਜਿੱਠ ਲਾਂਗੇ, ਚਲੋ ਮਿਲ ਕੇ ਨਜਿੱਠ ਲਾਂਗੇ, ਅੱਜ ਨਹੀਂ ਤਾਂ ਕੱਲ ਨਜਿੱਠ ਲਾਂਗੇ, ਬਾਕੀ ਪਰਿਵਾਰ ਇਸ ਤਰ੍ਹਾਂ ਦਾ ਰੌਲਾ ਰੱਪਾ ਪੈਂਦਾ ਹੀ ਰਹਿੰਦਾ, ਚਲੋ ਨਜਿੱਠ ਲਾਂਗੇ। ਠੀਕ ਹੈ, ਚਲੋ ਉਮੀਦ ਕਰਦੇ ਹਾਂ ਕਿ ਜਲਦੀ ਤੋਂ ਜਲਦੀ ਇਹ ਮਾਮਲਾ ਜਿਹੜਾ ਨਜਿੱਠਿਆ ਵੀ ਜਾਵੇ, ਕਿਉਂਕਿ ਇਹਦੇ ਵਿੱਚ ਹੀ ਆਮ ਜਨਤਾ ਦੀ ਭਲਾਈ ਹੈ, ਪੰਜਾਬ ਦੀ ਭਲਾਈ ਹੈ। ਸੋ HSN ਟੀਵੀ ਤੇ ਤੁਸੀਂ ਵੇਖ ਰਹੇ ਸੀ ਪ੍ਰੋਗਰਾਮ ਚੰਗੇਰ। ਕੱਲ ਫਿਰ ਹਾਜ਼ਰ ਹੋਵਾਂਗੇ ਨਵੇਂ ਮੁੱਦਿਆਂ ਦੇ ਉੱਤੇ ਵਿਚਾਰ ਚਰਚਾ ਕਰਨ ਦੇ ਲਈ। ਤਦ ਤੱਕ ਮੈਨੂੰ ਸ਼ੀਤਲ ਠਾਕੁਰ ਨੂੰ ਤੇ ਬਲਜੀਤ ਸਰ ਨੂੰ ਵੀ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ।